ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਗੌੜੀ ਮਹਲਾ ਪੰਜਵਾ। ਆਪਣੇ ਸੇਵਕ ਕੋ ਆਪ ਸਹਾਈ। ਨਿਤ ਪ੍ਰਤਪਾਰ ਬਾਪ ਜੈਸੇ ਮਾਈ। ਆਪਣੇ ਸੇਵਕ ਕੋ ਆਪ ਸਹਾਈ। ਨਿਤ ਪ੍ਰਤਪਾਰ ਬਾਪ ਜੈਸੇ ਮਾਈ। ਪ੍ਰਭ ਕੀ ਸਰਨ ਉਬਰੈ ਸਭ ਕੋਇ। ਕਾਰਨ ਕਰਾਵਨ ਪੂਰਨ ਸਚ ਸੋਇ। ਅਬ ਮਨ ਵਸਿਆ ਕਰਨ ਹਾਰੋ। ਭੈ ਬਿਨ ਸੇ ਆਤਮ ਸੁਖ ਸਾਰੋ। ਕਰ ਕਿਰਪਾ ਆਪਣੇ ਜਨ ਰਾਖੇ। ਜਨਮ ਜਨਮ ਕੇ ਕਿਲ ਬਿਖ ਲਾਥੇ। ਕਹਿਨ ਨਾ ਜਾਏ ਪ੍ਰਭ ਕੀ ਵਡਿਆਈ। ਨਾਨਕ ਦਾਸ ਸਦਾ ਸਰਣਾਈ। ਕਹਿਨ ਨਾ ਜਾਏ ਪ੍ਰਭ ਕੀ ਵਡਿਆਈ। ਨਾਨਕ ਦਾਸ ਸਦਾ ਸਰਣਾਈ।
ਸਰਬ ਜੀਆਂ ਪ੍ਰਤਪਾਲਹੀ, ਲੇਖੈ ਸਾਸ ਗਰਾਸੋ। ਜਗਤ ਗੁਰੂ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਪਾਵਨ ਉਪਦੇਸ਼ ਬਖਸ਼ਦੇ ਨੇ, ਜਿਨ੍ਹਾਂ ਨੇ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਨੂੰ ਨਾਲ ਜਾਣਿਆ ਕਿ ਮੇਰਾ ਵਾਹਿਗੁਰੂ ਪਰਮੇਸ਼ਰ ਮੇਰੇ ਅੰਗ ਸੰਗ ਮੇਰੇ ਨਾਲ ਹੈ। ਤਿੰਨਾਂ ਦਾ ਮਤ ਕੈਸਾ? ਉਹਨਾਂ ਦਾ ਮਤ ਸਤਿਗੁਰੂ ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਬਖਸ਼ਦੇ ਨੇ, ਉਹਨਾਂ ਦਾ ਮਤ ਕੈਸਾ ਹੈ? ਮਰਨਾ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਤਿੰਨ ਪੁਰਸ਼ਾਂ ਨੂੰ ਮਰਨ ਦੀ ਚਿੰਤਾ ਨਹੀਂ ਵਿਆਪਦੀ। ਉਹਨਾਂ ਨੂੰ ਮਰਨ ਦੀ ਚਿੰਤਾ ਰਹੀ ਹੀ ਨਹੀਂ, ਜਿਨ੍ਹਾਂ ਨੇ ਜਾਣਿਆ ਕਿ ਮੇਰਾ ਵਾਹਿਗੁਰੂ ਮੇਰੇ ਅੰਗ ਸੰਗ ਮੇਰੇ ਨਾਲ ਹੈ। ਉਹ ਜਿਉਣ ਦੀ ਵੀ ਕੋਈ ਆਸ ਨਹੀਂ ਰੱਖਦੇ ਉਹ ਰੱਬ ਦੇ ਪਿਆਰੇ। ਉਹਨਾਂ ਨੂੰ ਜਿਉਣ ਦੀ ਵੀ ਕੋਈ ਆਸ ਨਹੀਂ। ਤਿੰਨਾਂ ਦਾ ਐਸਾ ਨਿਹਚਾ ਹੋ ਜਾਂਦਾ ਹੈ। ਮਰਨਾ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਕੈਸੀ ਬਖਸ਼ਿਸ਼ ਉਸ ਦਾਤੇ ਦੀ ਉਹਨਾਂ ਜਨਾਂ ਉਹਨਾਂ ਜਗਿਆਸੂਆਂ ਤੇ ਹੈ, ਜਿਨ੍ਹਾਂ ਨੂੰ ਮਰਨੇ ਦੀ ਚਿੰਤਾ ਨਹੀਂ, ਜਿਉਣ ਦੀ ਆਸ ਨਹੀਂ। ਐਸਾ ਨਿਹਚਾ ਉਸ ਦਾਤੇ ਪਰਵਰਦਗਾਰ ਤੇ ਹੈ, ਕਿਉਂਕਿ ਉਹਨਾਂ ਨੇ ਅੰਗ ਸੰਗ ਜਾਣਿਆ ਹੈ। ਉਹ ਕਾਲਮ ਰਣਾਸੀ ਦਿਆਲੰ ਸਰੂਪੇ, ਸਦਾੰਗ ਸੰਗੇ ਅਭੰਗੰ ਵਿਭੂਤੇ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰੂ ਮੇਰੇ ਸਦਾ ਅੰਗ ਸੰਗ ਹੈ, ਕਿਤੇ ਦੂਰ ਨਹੀਂ। ਜਿਨ੍ਹਾਂ ਨੇ ਜਾਣ ਲਿਆ ਕਿ ਮੇਰਾ ਵਾਹਿਗੁਰੂ ਮੇਰੇ ਅੰਗ ਸੰਗ ਮੇਰੇ ਨਾਲ ਹੈ, ਦੇਖਦਾ ਹੈ, ਸੁਣਦਾ ਹੈ। ਤੂੰ ਸਰਬ ਜੀਆਂ ਪ੍ਰਤਪਾਲਹੀ, ਲੇਖੈ ਸਾਸ ਗਰਾਸ। ਕੀ ਮੇਰੇ ਪਰਵਰਦਗਾਰ, ਤੂੰ ਸਰਬ ਜੀਵਾਂ ਦੀ ਪਾਲਣਾ ਸਵੈਮ ਕਰਦਾ ਹੈ। ਸਭਨਾਂ ਦੀ ਤੂੰ ਖਬਰ ਲੈਂਦਾ ਹੈ, ਸਭਨਾਂ ਦੀ ਪਾਲਣਾ ਕਰਦਾ ਹੈ। ਜੋ ਸਵਾਸ ਤੇ ਗਰਾਸ ਨੇ ਇਹ ਵੀ ਸਭ ਤੇਰੇ ਲੇਖੇ ਦੇ ਵਿੱਚ ਨੇ। ਇਹ ਗਿਣਤੀ ਮਿਣਤੀ ਦੇ ਇਹ ਸਵਾਸ ਗਰਾਸ ਜੋ ਲੈਂਦੇ ਖਾਂ, ਇਹ ਵਾਹਿਗੁਰੂ ਨੇ ਆਪਾਂ ਨੂੰ ਬਖਸ਼ੇ ਨੇ। ਭਾਵ ਇਹ ਕਿ ਤਿਲ ਇੱਕ ਤਿਲ ਮਾਤਰ ਅਧਿਕ ਨਿਉ ਨਹੀਂ ਹੁੰਦੇ, ਤੋ ਚਿੰਤਾ ਕੈਸੀ ਕਰੀ। ਕਿਉਂਕਿ ਗਿਣਤੀ ਤੇ ਮਿਣਤੀ ਦੇ ਆਪਾਂ ਨੂੰ ਸਵਾਸ ਦਿੱਤੇ ਨੇ ਉਸ ਵਿਧਾਤਾ ਪਰਮੇਸ਼ਰ ਨੇ। ਇੱਕ ਤਿਲ ਮਾਤਰ ਅਧਿਕ ਨਿਉਨ ਹੁੰਦੇ ਨਹੀਂ, ਨਾ ਵੱਧਦੇ ਨੇ ਨਹੀਂ ਘਟਦੇ। ਅਣਘਾਲੇ ਸਭ ਦਿਵਸ ਸਾਸ, ਨਹਿ ਵੱਢਣ ਘਟਨ ਤਿਲ ਸਾਸ। ਨਾ ਵੱਧਦੇ ਨੇ ਨਾ ਘਟਦੇ ਨੇ, ਫਿਰ ਚਿੰਤਾ ਕਾਹਦੀ ਹੈ? ਕਿਉਂਕਿ ਇਹ ਦਿਨ ਹਫ਼ਤੇ ਮਹੀਨੇ ਸਾਲ ਇਹ ਗਿਣਤੀ ਤੇ ਮਿਣਤੀ ਦੇ ਆਪਾਂ ਨੂੰ ਮਿਲੇ ਹੋਏ ਨੇ। ਮਰਨਾ ਲਿਖਾ ਕੇ ਹੀ ਇਸ ਮਾਤ ਲੋਕ ਮਿਰਤ ਮੰਡਲ ਵਿੱਚ ਆਪਾਂ ਆਏ ਹਾਂ ਕਿ ਕਿਸ ਦਿਨ ਮਰਨਾ ਹੈ, ਕਦੋਂ ਮਰਨਾ, ਕਿਵੇਂ ਮਰਨਾ, ਸਭ ਕੁਝ ਲਿਖਿਆ ਹੋਇਆ। ਲੇਖੇ ਦੇ ਵਿੱਚ ਹਾਂ, ਲੇਖੇ ਤੋਂ ਬਾਹਰ ਨਹੀਂ। ਸਤਿਗੁਰੂ ਪਾਤਸ਼ਾਹ ਜਗਤ ਦੇ ਮਾਲਕ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦਾ ਮਤ ਕਥਨ ਕਰਦੇ ਨੇ ਪਾਤਸ਼ਾਹ, ਜਿਨ੍ਹਾਂ ਨੇ ਪਰਮੇਸ਼ਰ ਨੂੰ ਸਦੀਵੀ ਆਪਣੇ ਅੰਗ ਸੰਗ ਨਾਲ ਜਾਣਿਆ, ਦੂਰ ਨਹੀਂ ਜਾਣਿਆ। ਅੰਤਰ ਗੁਰਮੁਖ ਤੂੰ ਵਸੇ, ਜਿਉ ਭਾਵੈ ਤਿਉ ਨਿਰਜਾਸ। ਅੰਤਰ ਗੁਰਮੁਖ ਤੂੰ ਵਸੇ, ਜਿਉ ਭਾਵੇ ਤਿਉ ਨਿਰਜਾਸ।
हे मेरे परवਰਦਗਾਰ, ਤੂੰ ਗੁਰਮੁਖਾਂ ਨੇ ਦੇਹ ਦੇ ਅੰਤਰ ਵਸਦਾ ਤੈਨੂੰ ਜਾਣ ਲਿਆ। ਵਾਹਿਗੁਰੂ ਇਸ ਸੁੰਦਰ ਤਨ ਵਿੱਚ ਬੈਠਾ ਹੈ, ਕਿਤੇ ਦੂਰੋਂ ਚੱਲ ਕੇ ਨਹੀਂ ਆਉਣਾ, ਕਿਤੇ ਦੂਰ ਨਹੀਂ ਰਹਿੰਦਾ, ਉਹ ਗਿਰਦੇ ਘਰ ਦੇ ਵਿੱਚ ਮੌਜੂਦ ਹੈ। ਜਿਸ ਪ੍ਰਕਾਰ ਤੈਨੂੰ ਭਾਉਂਦਾ ਹੈ ਮੇਰੇ ਵਾਹਿਗੁਰੂ, ਤੈਸੇ ਹੀ ਤੂੰ ਨਿਰਣੇ ਕਰਦਾ। ਭਾਵੇਂ ਕੋਈ ਨਿਰਣਾ ਕਰ ਲਵੇ, ਤਾਂ ਤੇਰੀ ਰਜਾ ਹੈ। ਤੂੰ ਜਗਤ ਦਾ ਸਿਰਜਣਹਾਰ ਦਾਤਾਰ ਹੈ, ਤੂੰ ਤਾਂ ਬਿਨਾਂ ਬੋਲਿਆਂ ਤੂੰ ਜਾਣਦਾ ਹੈ। ਪਰ ਤੇਰਾ ਬਿਰਧ ਹੈ, ਵਿਧਾਨ ਤੇਰੀ ਮਰਿਆਦਾ ਹੈ। ਜੋ ਵੀ ਤੇਰੀ ਸ਼ਰਨ ਵਿੱਚ ਆਇਆ, ਉਸ ਤੇ ਬਖਸ਼ਿਸ਼ਾਂ ਤੂੰ ਕਰਦਾ ਹੈ। ਜੀਅ ਰੇ ਰਾਮ ਜਪਤ ਮਨ ਮਾਨ, ਅੰਤਰ ਲਾਗੀ ਜਲ ਬੁਝੀ, ਪਾਇਆ ਗੁਰਮੁਖ ਗਿਆਨ। ਜੀਅ ਰੇ ਰਾਮ ਜਪਤ ਮਨ ਮਾਨ, ਅੰਤਰ ਲਾਗੀ ਜਲ ਬੁਝੀ, ਪਾਇਆ ਗੁਰਮੁਖ ਗਿਆਨ। ਹੇ ਭਾਈ, ਰਾਮ ਦਾ ਨਾਮ ਜਪਣੇ ਕਰਕੇ ਮਨ ਮੰਨਦਾ ਹੈ ਕਿ ਆਤਮਾ ਵਿੱਚ ਨਿਹਚਾ ਹੁੰਦਾ ਹੈ, ਕਿਉਂਕਿ ਮਲ ਵਖੇਪ ਇਹ ਦੋਸ਼ ਦੂਰ ਕਰਨ ਨੂੰ ਨਾਮ ਸਧਾਰਨ ਰਸਾਚਿਤ ਹੈ। ਇੱਕ ਨਾਮ ਜਬ ਗੁਰੂ ਦੁਆਰੇ ਗਿਆਨ ਦੀ ਪ੍ਰਾਪਤੀ ਹੋਈ, ਗੁਰਮਤੀਏ ਗੁਰ ਸ਼ਬਦੀ ਬਣੇ, ਤਬ ਅੰਤਰ ਜੋ ਰਿਸ਼ਨਾ ਆਦਿਕ ਅਗਨੀ ਲੱਗ ਰਹੀ ਸੀ, ਸੁਤੇ ਬੁਝ ਗਈ। ਅੰਤਰ ਕੀ ਗਤ ਜਾਣੀਐ, ਗੁਰ ਮਿਲੀਐ ਸੰਗ ਉਤਾਰ। ਅੰਤਰ ਅਸਤਿਤ ਜੋ ਆਤਮਾ ਹੈ, ਤਿਹਦੀ ਪ੍ਰਾਪਤ ਤਬ ਜਾਣੀ ਜਾਂਦੀ ਹੈ ਜਬ ਗੁਰੂ ਨੂੰ ਨਿਸੰਕ ਹੋ ਕੇ ਮਿਲੀਏ। ਤੇ ਇਹਨਾਂ ਦੀ ਕਿਰਿਆ ਦੇ ਵਿੱਚ ਗਲਾਨੀ ਨਾ ਕਰੀਏ, ਗੁਰੂ ਤੇ ਸ਼ਿਕਵਾ ਨਾ ਕਰੀਏ, ਕੋਈ ਭਰਮ ਨਾ ਰੱਖੀਏ ਆਪਣੇ ਮੁਰਸ਼ਿਦ ਗੁਰੂ ਤੇ, ਤਬ ਮਿਟੇਗੀ। ਆਤਮਾ ਰਾਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ। ਇੱਕ ਦੁਬਦਾ ਦਾ ਨਾਸ ਅੰਤਰ ਕੀ ਗਤ ਜਾਣੀ ਹੈ, ਗੁਰ ਮਿਲੀਐ ਸੰਕ ਉਤਾਰ। ਗੁਰੂ ਤੇ ਸ਼ੰਕਾ ਨਾ ਹੋਵੇ, ਭਰਮ ਨਾ ਹੋਵੇ, ਸ਼ੰਕ ਹੋ ਕੇ ਗੁਰੂ ਨੂੰ ਮਿਲੀਏ। ਤੇ ਇਹਨਾਂ ਦੀ ਕਿਰਿਆ ਵਿੱਚ ਗਲਾਨੀ ਵੀ ਨਾ ਕਰੀਏ, ਕੋਈ ਦੋਸ਼ ਨਾ ਰਪੀਏ। ਮੋਇਆ ਜਿਤ ਘਰ ਜਾਈਐ, ਤਿਤ ਜੀਵਦਿਆ ਮਰ ਮਾਰ। ਸਤਿਗੁਰੂ ਫਰਮਾਉਂਦੇ ਨੇ, ਜਿਸ ਪਰਮੇਸ਼ਰ ਦੇ ਸਰੂਪ ਘਰ ਦੇ ਵਿੱਚ ਵਧੇ ਮੁਕਤ ਹੋ ਕੇ ਜਾਣਾ ਹੈ ਆਪਾਂ, ਤੇ ਇਸ ਵਿੱਚ ਜੀਵਦੇ ਹੀ ਪ੍ਰਾਪਤ ਕਿਉਂ ਨਾ ਹੋ ਜਾਈਏ। ਜਾਣਾ ਤਾਂ ਅਵਸ਼ਕ ਹੈ, ਫਿਰ ਜਿਉਂਦੇ ਕਿਉਂ ਨਾ ਪ੍ਰਾਪਤ ਹੋਈ ਉਸ ਦਾਤੇ ਵਾਹਿਗੁਰੂ। ਅਤੀ ਯਤਨ ਕਰਕੇ ਜਮ ਨੂੰ ਮਾਰ ਕੇ, ਭਾਵ ਕੇ ਦੰਡ ਸੇ ਰਹਿਤ ਹੋ ਜਾਵਾਂਗੇ। ਜਮ ਨੂੰ ਮਾਰ ਕੇ ਤਿਸ ਦੇ ਭਾਣੇ ਜਮ ਮਰ ਹੀ ਗਿਆ, ਜੀਵਨ ਮੁਕਤ ਹੋ ਕਰਕੇ ਜੋ ਕਾਮ ਕਰੋ ਲੋਭ ਹੰਕਾਰ, ਇਹਨਾਂ ਨੂੰ ਮਾਰ ਕਰਕੇ ਮੋਇਆ ਜਿਤ ਕਰ ਜਾਈ ਹੈ। ਪਾਤਸ਼ਾਹ ਫਰਮਾਉਂਦੇ ਨੇ, ਤਿਤ ਜੀਵਦਿਆ ਮਰ ਮਾਰ। ਅਨਹਦ ਸ਼ਬਦ ਸੁਹਾਵਣੇ, ਪਾਈਐ ਗੁਰ ਵਿਚਾਰ। ਜਬ ਗੁਰੂ ਦੁਆਰੇ ਆਤਮਾ ਦਾ ਵਿਚਾਰ ਕਰੀਏ, ਤਬ ਹੱਦ ਅਵਧੀ ਰਹਿਤ ਬ੍ਰਹਮ ਸੋਭਨੀਕ ਪਾ ਲਈਦਾ ਹੈ। ਅਨਹਦ ਬਾਣੀ ਪਾਈਐ, ਤਹਿ ਹੋ ਮੈਂ ਹੋਏ ਵਿਨਾਸ਼। ਰਾਮ ਨਾਮ ਸਤ ਨਾਮ ਇੱਕ ਰਸ ਬਾਣੀ ਦੇ ਹਿਰਦੇ ਵਿੱਚ ਪਾਈ ਜਾਵੇ, ਭਾਵੇਂ ਕਿ ਪ੍ਰਾਪਤ ਹੋਵੇਗੀ, ਤਾਂ ਹੀ ਹੰਤਾ ਮਮਤਾ ਦਾ ਨਾਸ਼ ਹੋ ਜਾਵੇਗਾ। ਸਤਿਗੁਰ ਸੇਵੇ ਆਪਣਾ, ਹਉ ਸਦ ਕੁਰਬਾਨੈ ਦਾਸ। ਜੋ
ਆਪਣੇ ਸਤਿਗੁਰੂ ਨੂੰ ਜਪਦਾ ਹੈ, ਆਪਣਾ ਗੁਰੂ ਤੇ ਆਏ ਮਿਲ ਕੁਸਲ ਸੇਤੀ ਘਰ ਆਏ। ਖੁਸ਼ੀਆਂ ਤੇ ਆਨੰਦ ਘਰ ਵਿੱਚ ਆ ਜਾਂਦਾ ਜੀ ਆਪਣੇ ਗੁਰੂ ਮੁਰਸ਼ਿਦ ਨੂੰ ਧਿਆਈਏ। ਪਾਤਸ਼ਾਹ ਫਰਮਾਉਂਦੇ ਨੇ, ਹਉ ਸਦ ਕੁਰਬਾਨ ਹੈ ਤਾਸ, ਅਸੀਂ ਤਿਸ ਦੇ ਸਦਾ ਕੁਰਬਾਨ ਬਲਿਹਾਰ ਜਾਂਦੇ ਹਾਂ। ਖੜ ਦਰ ਗਹਿ ਪੈਨਾਈ ਹੈ, ਮੁਖ ਹਰਿ ਨਾਮ ਨਿਵਾਸ। ਹੇ ਭਾਈ, ਜਿਸ ਦੇ ਮੁਖ ਵਿੱਚ ਪਰਮੇਸ਼ਰ ਦੇ ਨਾਮ ਦਾ ਨਿਵਾਸ, ਜੋ ਜਪਦਾ ਹੈ ਮੇਰੇ ਵਾਹਿਗੁਰੂ ਨੂੰ ਵਾਹਿਗੁਰੂ ਦੀ ਦਰਗਾਹ ਵਿੱਚ ਲਿਜਾ ਕੇ ਪਤ ਰੂਪੀ ਪੁਸ਼ਾਕ ਪਹਿਰਾਈ ਜਾਂਦੀ ਹੈ। ਪਤ ਰੂਪੀ ਪਹਿਚਾਕ ਪਹਿਰਾਈ ਜਾਂਦੀ ਹੈ ਸੱਚੀ ਦਰਗਾਹ ਵਿੱਚ, ਜੋ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ। ਜਹ ਦੇਖਾ ਤਹ ਰਵ ਰਹੇ ਸਿਵ ਸਕਤੀ ਕਾ ਮੇਲ। ਜਿੱਥੇ ਦ੍ਰਿਸ਼ਟੀ ਕਰਕੇ ਦੇਖੀਦਾ ਤਹਾਂ ਪੁਰਖ ਪ੍ਰਕਿਰਤੀ ਮਾਇਆ ਦਾ ਮੇਰੂ ਪ੍ਰਪੰਚ ਹੈ। ਤਿਸ ਵਿੱਚ ਜੀਵ ਰਵ ਰਹੇ, ਗੂਲਰ ਫਲ ਦੇ ਮੱਛਰ ਵੱਤ ਸ਼ਿਵ ਸ਼ਕਤੀ ਕੇ ਮੇਲ ਕਰਕੇ ਜੋ ਤ੍ਰੈ ਗੁਣਾਤਮਕ ਪ੍ਰਪੰਚ ਉਤਪੰਨ ਹੋਇਆ ਹੈ। ਇਸ ਵਿੱਚ ਆਪ ਹੀ ਆਤਮ ਦੇਵ ਜੀ ਵੀ ਰਵ ਰਹੇ। ਰਹੋ ਗੁਣ ਬੰਦੀ ਦਿਓ ਹੋਰੀ, ਜੋ ਆਇਆ ਜਗ ਸੋ ਖੇਲ। ਸਤਿਗੁਰੂ ਫਰਮਾਉਂਦੇ ਨੇ ਭਾਈ, ਤਿੰਨਾਂ ਗੁਣਾਂ ਕਰਕੇ ਰਚਤੀ ਆਪਣੀ ਦੇਹ ਹੈ। ਤਿੰਨ ਗੁਣ ਨੇ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਤਿੰਨਾਂ ਗੁਣਾਂ ਦੇ ਵਿੱਚ ਆਪਾਂ ਵਿਚਰਦੇ ਹਾਂ। ਸਾਰਾ ਜਗਤ ਵਿਚਰਦਾ ਹੈ ਤਿੰਨਾਂ ਗੁਣਾਂ ਵਿੱਚ। ਰਹੋ ਗੁਣ ਬੰਦੀ ਦੇਹੋ ਜੀ, ਜੋ ਜਗਤ ਵਿੱਚ ਆਇਆ ਸੋਈ ਕਾਲ ਚੇਸ਼ਟਾ ਕਰਕੇ ਚਲਾ ਜਾਂਦਾ ਹੈ। ਭਾਵ ਜਿਸ ਦਾ ਜਨਮ ਹੋਇਆ ਉਸਨੇ ਅਵਸ਼ ਮਰਨਾ ਹੈ, ਨਿਸ਼ਚਿਤ ਸੱਚ ਹੈ। ਜੋ ਆਇਆ ਉਹ ਅਵਸ਼ ਜਾਵੇਗਾ। ਉਸ ਦਾਤੇ ਪ੍ਰਭੂ ਦੇ ਹੁਕਮ ਆਗਿਆ ਨਾਲ ਆਇਆ, ਆਗਿਆ ਨਾਲ ਚਲਿਆ ਜਾਣਾ ਹੈ। ਆਗਿਆ ਆਵੇ ਆਗਿਆ ਜਾਏ। ਬਜੋਗੀ ਦੁੱਖ ਵਿਛੜੇ ਮਨ ਮੁਖ ਲਹੇ ਨਾ ਮੇਲ। ਮਨਮੁਖ ਪੁਰਸ਼ ਵਾਹਿਗੁਰੂ ਤੋਂ ਵਿਛੜੇ ਹੋਏ ਦੁੱਖ ਪਾਉਂਦੇ ਨੇ। ਫਿਰ ਸੁਤੇ ਮਨੁੱਖ ਕਹਿੰਦਾ, ਸੁੰਦਰ ਮਹੱਲਾਂ ਵਿੱਚ ਵੀ ਮੈਂ ਦੁਖੀ ਹਾਂ, ਪਦਾਰਥਾਂ ਵਿੱਚ ਵੀ ਮੈਂ ਦੁਖੀ ਹਾਂ ਅਤ ਦਾ। ਕਿਉਂਕਿ ਉਸਨੇ ਯਤਨ ਕੀਤੇ ਨੇ ਤਨ ਨੂੰ ਸੁੱਖ ਦੇਣ ਦੇ, ਮਨ ਤਾਂ ਦੁਖੀ ਹੈ। ਮਨ ਤਾਂ ਡੋਲਿਆ ਹੈ, ਢਹਿ ਢੇਰੀ ਹੋਇਆ ਹੈ। ਕਿਉਂਕਿ ਮਨ ਕਰਕੇ ਕਦੇ ਜਪਿਆ ਨਹੀਂ। ਉਸ ਸੱਚੇ ਪਰਮੇਸ਼ਰ ਦੀ ਯਾਦ ਵਿੱਚ, ਚਿੰਤਨ ਵਿੱਚ ਜੁੜਿਆ ਨਹੀਂ। ਯਤਨ ਕੀਤੇ ਦਿਨ ਰਾਤ ਤਨ ਨੂੰ ਸੁੱਖ ਦੇਣ ਦੇ, ਜੋ ਪਾਤਸ਼ਾਹ ਫਰਮਾਉਂਦੇ ਨੇ। ਉਹ ਮਨਮੁਖ ਉਸ ਪਰਮੇਸ਼ਰ ਤੋਂ ਵਿਛੜੇ ਹੋਏ ਦੁੱਖ ਪਾਉਂਦੇ ਨੇ। ਜੋ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੀ ਪਾਵਨ ਬਚਨ ਨੇ, ਪਰਮੇਸ਼ਰ ਦੇ ਭੁੱਲਿਆਂ ਵਿਆਪਨ ਸਭੇ ਰੋਗ। ਸਾਰੇ ਰੋਗ ਉਤਪੰਨ ਹੋ ਜਾਂਦੇ ਨੇ, ਜਾਗ ਪੈਂਦੇ ਨੇ, ਜੇ ਆਪਾਂ ਉਸ ਵਾਹਿਗੁਰੂ ਤੋਂ ਮੁੱਖ ਮੋੜ ਲਈਏ। ਭਾਵੇਂ ਬੜੇ ਪਦਾਰਥ ਕਿਉਂ ਨਾ ਹੋਵਣ, ਕਿਉਂਕਿ ਤਿੰਨਾਂ ਦਾ ਪਰਮੇਸ਼ਰ ਦੇ ਸਾਥ ਮਿਲਾਪ ਨਹੀਂ ਹੁੰਦਾ। ਮਨ ਵੈਰਾਗੀ ਘਰ ਵਸੈ, ਸੱਚ ਪੈ ਰਾਤਾ ਹੋਏ। ਹੇ ਭਾਈ, ਮਨ ਜੋ ਵੈਰਾਗੀ ਪੁਰਸ਼ ਵੱਤ ਸਦਾ ਭਰਮਦਾ ਰਹਿੰਦਾ ਹੈ, ਜਿਵੇਂ ਵੈਰਾਗੀ ਪੁਰਸ਼ ਭਰਮਦੇ ਨੇ, ਇਹ ਮਨ ਵੀ ਵੈਰਾਗੀ ਪੁਰਸ਼ ਦੀ ਭਾਂਤ ਭਰਮਦਾ ਰਹਿੰਦਾ ਹੈ। ਸੋ ਹਿਰਦੇ ਸਥਾਨ ਵਿੱਚ ਤਬ ਠਹਿਰੇਗਾ, ਜੇਕਰ ਸੱਚੇ ਦੇ ਭੈ ਵਿੱਚ ਰਤਿਆ ਹੋਵੇ। ਕਿਉਂਕਿ ਭੈ ਤਾਂ ਇਸਨੇ ਮੰਨਿਆ ਨਹੀਂ, ਕਿਵੇਂ ਠਹਿਰੇ। ਗਿਆਨ ਮਹਾਰਸ ਭੋਗ ਵੈ, ਬੌੜ ਭੂਖ ਨਾ ਹੋਏ। ਤਬ ਹੀ ਗਿਆਨ ਦੁਆਰਾ, ਜੋ ਆਤਮਾਨੰਦ ਰੂਪ ਮਹਾਰਸ ਹੈ। ਇਹ ਸੰਸਾਰ ਦੇ ਰਸ ਕਸਤਾਂ ਤੁਛ ਨੇ ਕੁਝ ਵੀ ਨਹੀਂ, ਜੋ ਮਹਾਰਸ ਗਿਆਨ ਦਾ ਕਹਿਣ ਕਥਨ ਤੋਂ ਵਾਰਾ, ਜੋ ਬਿਆਨ ਨਹੀਂ ਕੀਤਾ ਜਾ ਸਕਦਾ। ਐਸਾ ਰਸ ਤੇ ਆਨੰਦ ਹੈ।
ਸੋ ਤਿਸ ਨੂੰ ਭੋਗਦਾ ਹੈ ਗਿਆਨ ਦੁਆਰਾ। ਵੇ ਤਿਸ ਨੂੰ ਤ੍ਰਿਸ਼ਨਾ ਨਹੀਂ ਹੁੰਦੀ, ਕਿਸੇ ਪਦਾਰਥ ਦੀ ਭੁੱਖ ਨਹੀਂ, ਨਾ ਜਿਉਣ ਦੀ ਆਸ, ਨਾ ਮਰਨ ਦੀ ਚਿੰਤਾ। ਜੋ ਸਤਿਗੁਰਾਂ ਨੇ ਪਾਵਨ ਬਚਨ ਕਹੇ ਨੇ, ਮਰਨਾ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਨਾ ਮਰਨ ਦੀ ਚਿੰਤਾ, ਨਾ ਜਿਉਣ ਦੀ ਆਸ, ਕਿਉਂਕਿ ਉਸ ਦਾਤੇ ਪਰਵਰਦਗਾਰ ਨੂੰ ਜਾਣ ਲਿਆ ਹੈ। ਉਸ ਦੀਆਂ ਬਖਸ਼ਿਸ਼ਾਂ ਰਹਿਮਤਾਂ ਉਸ ਜਨ ਦੇ ਹੋ ਜਾਂਦੀਆਂ ਨੇ। ਪਾਤਸ਼ਾਹ ਫਰਮਾਉਂਦੇ ਨੇ, ਤਿਸ ਨੂੰ ਭੋਗਦਾ ਵੇ, ਤਿਸ ਨੂੰ ਜਗਤ ਦੇ ਪਦਾਰਥਾਂ ਦਾ ਅਭਾਵ ਹੋ ਜਾਂਦਾ, ਕੋਈ ਇੱਛਾ ਰਹਿੰਦੀ ਹੀ ਨਹੀਂ। ਨਾਨਕ ਇਹੋ ਮਨ ਮਾਰ, ਮੈਲ ਭੀ ਫਿਰ ਦੁੱਖ ਨਾ ਹੋਏ। ਕਿ ਭਾਈ ਇਸ ਮਨ ਨੂੰ ਮਾਰ, ਮਨ ਮਾਰੇ ਧਾਤ ਮਰ ਜਾਏ, ਧਾਵਣਾ ਮਰ ਜਾਂਦਾ ਤੇ ਜਨਮਾਂ ਵਿੱਚ ਧਾਮਦਾ। ਪਰ ਮਨ ਕਿਵੇਂ ਵਸ ਵਿੱਚ ਆਵੇਗਾ? ਮਨ ਵਸ ਹੋਵੇ ਨਾਨਕਾ, ਜੀ ਪੂਰਨ ਕਿਰਪਾ ਹੋਏ। ਕਿਉਂਕਿ ਉਸ ਦਾਤੇ ਮੇਰੇ ਪਰਵਰਦਗਾਰ ਦੀ ਕਿਰਪਾ ਤੋਂ ਬਿਨਾਂ ਅਮੋੜ ਮਨ ਵਸ ਵਿੱਚ ਨਹੀਂ ਆਉਂਦਾ। ਮਨ ਜੀਤੈ ਜਗ ਜੀ, ਮਨ ਦੇ ਮਾਰੇ ਮਰ ਗਏ ਕਾਜੀ ਮੁੱਲਾ ਸੇ। ਕਿਉਂਕਿ ਮਨ ਬੜਾ ਮੋੜ ਹੈ। ਤਾਂ ਗੁਰੂ ਦੀ ਰਹਿਮਤ ਬਖਸ਼ਿਸ਼ ਹੋ ਜਾਵੇ, ਮਨ ਵਸ ਵਿੱਚ ਆ ਜਾਂਦਾ ਹੈ। ਜੋ ਸਤਿਗੁਰੂ ਫਰਮਾਉਂਦੇ ਨੇ, ਨਾਨਕ ਇਹੋ ਮਨ ਮਾਰ, ਮੈਲ ਭੀ ਫਿਰ ਦੁੱਖ ਨਾ ਹੋਏ। ਕਿ ਭਾਈ ਪਿਆਰਿਆ, ਇਸ ਮਨ ਨੂੰ ਮਾਰ ਕੇ ਵਾਹਿਗੁਰੂ ਦੇ ਸਾਥ ਮਿਲ ਭਾਵ ਮਨ ਦੀ ਮੱਤ ਛੱਡ ਦੇ। ਗੁਰੂ ਦੇ ਸਿੱਖ ਨੇ ਗੁਰੂ ਦੇ ਘਰ, ਗੁਰੂ ਦੇ ਦਰਬਾਰ, ਗੁਰੂ ਦੀ ਸ਼ਰਨ ਵਿੱਚ ਆਉਣਾ, ਆਪਣੀ ਮੱਤ ਛੱਡਣ ਹੀ ਆਉਣਾ ਹੈ, ਕੇਵਲ ਮੱਥੇ ਤੱਕ ਸੀਮਤ ਨਹੀਂ। ਸਤਿਗੁਰਾਂ ਦੇ ਪਾਵਨ ਬਚਨ ਨੇ, ਗੁਰ ਕੀ ਮੱਤ ਤੂੰ ਲੇਹ ਆਨੇ, ਭਗਤ ਬਿਨਾ ਮੋਹ ਡੂਬੇ ਸਿਆਣੇ। ਬੜੇ ਸਿਆਣੇ ਚਤਰ ਬੁੱਧੀਮਾਨ ਸੱਚੇ ਪਰਮੇਸ਼ਰ ਦੀ ਭਗਤੀ ਤੋਂ ਬਿਨਾਂ, ਗੁਰਮਤ ਤੋਂ ਬਿਨਾਂ ਡੁੱਬ ਹੋਏ, ਜਿਨ੍ਹਾਂ ਨੇ ਆਪਣੇ ਮਨ ਦੀ ਮੱਤ ਤੇ ਸਿਆਣਪ ਹੀ ਵਰਤੀ। ਗੁਰਮਤੀਏ ਗੁਰ ਸ਼ਬਦੀ ਨਾ ਹੋਏ। ਪਰ ਜਿਨ੍ਹਾਂ ਨੇ ਮਨ ਨੂੰ ਮਾਰਿਆ, ਮਨ ਨੂੰ ਸੱਚੇ ਦੀ ਯਾਦ ਵਿੱਚ ਜੋੜ ਦਿੱਤਾ। ਮਨ ਵੇਚੈ ਸਤ ਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਸ। ਮਨ ਗੁਰੂ ਨੂੰ ਦੇ ਦਿੱਤਾ। ਇਹ ਰਾਜੇ ਜਨਕ ਨੇ ਮਨ ਹੀ ਦਿੱਤਾ ਸੀ ਅਸ਼ਟਾਵਕਰ ਗੁਰੂ ਨੂੰ, ਤਤਕਾਲ ਗਿਆਨ ਹੋ ਗਿਆ। ਇਹ ਬਚਨ ਕੀਤੇ ਸੀ ਕਿ ਘੋੜੇ ਦੀ ਕਾਵ ਵਿੱਚ ਚੜ੍ਹਨ ਪਾਵਦਿਆਂ ਪਾਵਦਿਆਂ ਗਿਆ। ਅਸ਼ਟਾਵਕਰ ਗੁਰੂ ਨੇ ਇਹ ਕਹਿ ਦਿੱਤਾ ਸੀ, ਰਾਜਨ ਘੋੜਾ ਬੜੀ ਰਫਤਾਰ ਨਾਲ ਭੱਜਣ ਦੌੜਨ ਵਾਲਾ, ਦਸ਼ਨਾ ਗੁਰੂ ਦੀ ਮੈਨੂੰ ਪਹਿਲਾਂ ਚਾਹੀਦੀ ਹੈ। ਤਨ ਮਨ ਧਨ ਰਾਜਾ ਜਨਕ ਜੀ ਗਏ, ਆਪਣੀ ਰਾਣੀ ਨੂੰ ਪੁੱਛਿਆ, ਵਿਚਾਰ ਕੀਤੀ ਕਿ ਮਨ ਵਾਧੂ ਹੈ। ਤੋ ਪਹੁੰਚ ਗਏ ਅਸ਼ਟਾਵਕਰ ਗੁਰੂ, ਘੋੜਾ ਵੀ ਆ ਗਿਆ, ਖਲੋ ਗਏ ਕਿ ਮਨ ਭੇਟਾ ਕਰ ਦਿੱਤਾ। ਰਾਜਾ ਚੜ੍ਹਨ ਲੱਗਾ, ਅਸ਼ਟਾਵਕਰ ਗੁਰੂ ਨੇ ਕਿਹਾ, ਰਾਜਨ ਮੇਰਾ ਮਨ ਨਹੀਂ ਕਰਦਾ ਤੂੰ ਘੋੜੇ ਦੀ ਸਵਾਰੀ ਕਰੇ, ਮੇਰਾ ਮਨ ਕਹਿੰਦਾ ਆਪਣੇ ਵਸਤਰ ਉਤਾਰ ਦੇ। ਤਤਕਾਲ ਚੜ੍ਹਨਾ ਤੇ ਢਹਿ ਪਿਆ ਰਾਜਾ ਜਨਕ ਕਿ ਮਨ ਦੀ ਹੀ ਖੇਡ ਹੈ। ਮਨ ਗੁਰੂ ਨੂੰ ਦੇ ਦਿੱਤਾ। ਤੇ ਕੈਸੀਆਂ ਬਖਸ਼ਿਸ਼ਾਂ! ਜੋ ਸਤਿਗੁਰੂ ਪਾਤਸ਼ਾਹੀ ਪਾਵਨ ਬਚਨ ਕਹਿੰਦੇ ਨੇ, ਗੁਰ ਕੀ ਮੱਤ ਤੂੰ ਲੇਹ ਆਨੇ। ਹੇ ਆਣੇ ਮਨੁੱਖ, ਤੈਨੂੰ ਸੋਝੀ ਨਹੀਂ ਕਿਵੇਂ ਵਿਚਰਨਾ ਹੈ ਜਗਤ ਵਿੱਚ। ਤੈਨੂੰ ਇਹ ਗਿਆਨ ਨਹੀਂ, ਮਤ ਨਹੀਂ, ਤੂੰ ਗੁਰਮਤੀਆ ਬਣ। ਤੂੰ ਆਣਾ ਹੈ ਬਾਲਕ, ਤੂੰ ਬਖਸ਼ਿਸ਼ਾਂ ਦਾ ਪਾਤਰ ਬਣ ਜਾਵੇਂਗਾ, ਆਪਣੀ ਮੱਤ ਛੱਡ ਦਵੇਂ। ਗੁਰਮਤੀਏ, ਗੁਰਮੁਖ ਉਸ ਨੂੰ ਕਹਿੰਦੇ ਨੇ ਜੋ ਗੁਰੂ ਨੂੰ ਮੁੱਖ ਰੱਖੇ। ਗੁਰਮਤੀਆ ਗੁਰ ਸ਼ਬਦੀ, ਉਹ ਬਖਸ਼ਿਸ਼ਾਂ ਦਾ ਪਾਤਰ।
ਜੋ ਪਾਤਸ਼ਾਹ ਪਾਵਨ ਬਚਨ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ, ਨਾਨਕ ਇਹੋ ਮਨ ਮਾਰ ਮੈਲ ਵੀ ਫਿਰ ਦੁੱਖ ਨਾ ਹੋਏ। ਫਿਰ ਦੁੱਖ ਹੀ ਨਹੀਂ ਸੁੱਖ ਹੀ ਹੈ ਰੇ, ਫਿਰ ਸੁੱਖ ਹੀ ਸੁੱਖ। ਜਨਮ ਤੇ ਮਰਨ ਤੇ ਫਿਰਨੇ ਦਾ ਫਿਰ ਦੁੱਖ ਨਹੀਂ ਹੋਵੇਗਾ। ਭਾਵ ਇਹ ਕਿ 84 ਲੱਖ ਜੂਨੀਆਂ ਵਿੱਚ ਫਿਰ ਭਰਮਣਾ ਨਹੀਂ ਹੋਵੇਗਾ। ਸ੍ਰੀ ਰਾਗ ਮਹਲਾ ਪਹਿਲਾ, ਇਹੋ ਮਨੋ ਮੂਰਖ ਲੋਭੀਆ, ਲੋਭੇ ਲਗਾ ਲੋਭਾਨ। ਪਾਤਸ਼ਾਹ ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ ਕਿ ਮਨ ਬੜਾ ਲੋਭੀ ਹੈ। ਲੋਭੀ ਪੁਰਸ਼ ਦਾ ਕੋਈ ਵਸਾ ਤੇ ਭਰੋਸਾ ਕਦਾਚਿਤ ਵੀ ਨਹੀਂ ਹੁੰਦਾ। ਲੋਭ ਦੇ ਵਸ ਵਿੱਚ ਆਇਆ ਮਨੁੱਖ ਆਪਣਿਆਂ ਦਾ ਵੀ ਘਾਤ ਕਰ ਦਿੰਦਾ ਹੈ। ਮਾਤਾ ਪਿਤਾ ਸਾਕ ਸੰਬੰਧੀ, ਕਿਉਂਕਿ ਲੋਭ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨ ਵੀ ਨੇ, ਲੋਭੀ ਕਾ ਵੈਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੈ ਧੋਖ ਹੈ, ਜਿੱਥੈ ਹੱਥ ਨਾ ਪਾਏ। ਉੱਥੇ ਸੁੱਟੇਗਾ ਜਿੱਥੇ ਕਿਸੇ ਦਾ ਹੱਥ ਵੀ ਨਾ ਪਹੁੰਚੇ, ਕਿਉਂਕਿ ਲੋਭੀ ਪੁਰਸ਼ ਲੋਭ ਦੇ ਵਿੱਚ ਗਰਸਿਆ ਹੋਇਆ ਇਹ ਨਹੀਂ ਜਾਣਦਾ ਮੇਰੇ ਕਰਤੱਵ ਕੀ ਨੇ। ਮੈਂ ਜਗਤ ਵਿੱਚ ਆਇਆ ਹਾਂ, ਇਹ ਮੇਰੇ ਮਾਤਾ ਪਿਤਾ ਸਾਗ ਸੰਬੰਧੀ ਨੇ। ਕੋਈ ਦਇਆ ਧਰਮ ਲੋਭੀ ਦਾ ਖਤਮ ਹੋ ਚੁੱਕਾ ਹੁੰਦਾ, ਉਸ ਵਿੱਚ ਦਇਆ ਰਹਿਮ ਨਹੀਂ ਆਉਂਦਾ। ਪਾਤਸ਼ਾਹ ਨੇ ਆਪ ਬਚਨ ਕਹਿ ਦਿੱਤੇ ਕਿ ਲੋਭੀ ਦਾ ਕਦੇ ਭਰੋਸਾ ਨਾ ਕਰਿਓ। ਭੁੱਲ ਕੇ ਵੀ ਤੁਹਾਨੂੰ ਪਤਾ ਹੈ ਲੋਭੀ ਪੁਰਸ਼ ਹੈ, ਸੁਚੇਤ ਰਹਿਓ ਉਸ ਤੋਂ। ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਵਨ ਉਪਦੇਸ਼ ਬਖਸ਼ਦੇ ਨੇ, ਇਹੋ ਮਨੋ ਮੂਰਖ ਲੋਭੀਆ, ਲੋਭੇ ਲਗਾ ਲੋਭਾਨ। ਇਹ ਮਨ ਮੂਰਖ ਲੋਭੀ ਹੈ, ਇਸ ਵਾਸਤੇ ਪਦਾਰਥਾਂ ਦੇ ਲੋਭ ਦੇ ਵਿੱਚ ਲੱਗਿਆ ਰਿਹਾ ਹੈ। ਸ਼ਬਦ ਨਾ ਪੀਜੈ ਸਾਕਤਾ, ਦੁਰਮਤ ਆਵਨ ਜਾਨ। ਪਾਤਸ਼ਾਹ ਫਰਮਾਉਂਦੇ ਨੇ, ਬੇਮੁਖ ਸਾਕਤ ਜੋ ਗੁਰੂ ਤੋਂ ਬੇਮੁਖ ਹੋਇਆ, ਕਠੋਰ ਹੈ ਹਿਰਦੇ ਦਾ, ਹਠੀਆ ਹੈ, ਗੁਰੂ ਸ਼ਬਦ ਵਿੱਚ ਭਿੱਜਦਾ ਨਹੀਂ। ਜਿਵੇਂ ਪੱਥਰ ਨੂੰ 100 ਸਾਲ ਜਲ ਵਿੱਚ ਰੱਖ ਦਈਏ, ਬਾਹਰ ਕੱਢੀ ਉਸਦਾ ਕਠੋਰਪੁਣਾ ਦੂਰ ਨਹੀਂ ਹੁੰਦਾ। ਪੱਥਰ ਪਾਣੀ ਰੱਖੀਏ, ਮਨ ਹਟ ਨਾ ਕੱਟੈ, ਕਠੋਰ ਹੀ ਰਵੇਗਾ ਪੱਥਰ। ਐਸਾ ਉਹ ਮਨਮੁਖ ਬੇਮੁਖ ਸਨਿਗਤ ਨਹੀਂ ਹੁੰਦਾ। ਪਤੀ ਆਮਦਾ ਨਹੀਂ, ਕੋਟੀ ਮਤ ਕਰਕੇ ਆਉਣਾ ਜਾਣਾ, ਕਿਆ ਜਨਮ ਮਰਨ ਉਸਦਾ ਬਣਿਆ ਹੀ ਰਹਿੰਦਾ ਹੈ। ਜਬ ਤੱਕ ਗੁਰੂ ਦੇ ਸ਼ਬਦ ਵਿੱਚ ਨਿਹਚਾ ਨਹੀਂ ਹੋਵੇਗਾ, ਵਿਸ਼ਵਾਸ ਨਹੀਂ ਹੋਵੇਗਾ, ਤਬ ਤੱਕ ਆਵਾਗਮਨ ਨਹੀਂ ਮਿਟੇਗਾ। ਸਾਧੂ ਸਤਿਗੁਰ ਜੀ ਮਿਲੈ, ਤਾ ਪਾਈਐ ਗੁਣੀ ਨਿਧਾਨ। ਪਾਤਸ਼ਾਹ ਫਰਮਾਉਂਦੇ ਨੇ, ਸਾਧਨ ਸੰਪੰਨ ਜੋ ਸਾਧਨਾ ਵਿੱਚ ਪੂਰਾ ਹੋ ਗਿਆ ਤੇ ਨਿਰਮਲ ਸਵੱਛ ਕਰਮ ਨੇ, ਉਹ ਸਾਧੂ ਹੈ। ਏਕਰ ਬ੍ਰਹਮ ਸਰੋਤਰੀ ਬ੍ਰਹਮ ਨੇਟੀ, ਗੁਰੂ ਤੁਹਾਨੂੰ ਮਿਲ ਜਾਵੇ ਤਬ ਗੁਣੀ ਨਿਧਾਨ ਵਾਹਿਗੁਰੂ ਨੂੰ ਪਾ ਲਈਦਾ। ਮਨ ਰੇ ਹੋ ਮੈਂ ਛੋੜ ਗੁਮਾਨ, ਹਰ ਗੁਰ ਸਰਵਰ ਸੇਵ ਤੂੰ ਪਾਵੇਂ ਦਰਗਹਿ ਮਾਨੋ। ਮਨ ਰੇ ਹੋ ਮੈਂ ਛੋੜ ਗੁਮਾਨ। ਪਾਤਸ਼ਾਹ ਫਰਮਾਉਂਦੇ ਨੇ ਮਨ ਨੂੰ ਸੰਬੋਧਨ ਕਰਕੇ, ਹੇ ਭਾਈ ਮਨ ਤੇ ਹੰਤਾ ਮਮਤਾ ਇੰਦਰੀਆਂ ਦਾ ਮਾਣ ਤਿਆਗ ਦੇ ਛੱਡ ਦੇ। ਹਰੀ ਸਰੂਪ ਜਾਣ ਕੇ ਗੁਰੂ ਜੋ ਸਾਰੇ ਸੁੱਖਾਂ ਦੇ ਸਮੁੰਦਰ ਨੇ, ਦਾਤੇ ਨੇ, ਤਿਨਾਂ ਨੂੰ ਸੇਵ। ਕਿਉਂਕਿ ਤਿਸ ਕਰਕੇ ਪਰਲੋਕ ਵਿੱਚ ਆਦਰ ਵਡਿਆਈ ਪ੍ਰਾਪਤ ਕਰੇਗਾ, ਮਾਣ ਪਾਵੇਂਗਾ।
ਰਾਮ ਨਾਮ ਜਪ ਦਿਨ ਸਰਾਤ, ਗੁਰਮੁਖ ਹਰਿ ਧਨ ਜਾਨ। ਗੁਰੂ ਦੁਆਰੇ ਰਾਮ ਨਾਮ ਨੂੰ ਦਿਨ ਰਾਤੀ ਜਪਦਾ ਹੈ, ਕਿਉਂਕਿ ਗੁਰੂ ਦਾ ਉਪਦੇਸ਼ ਜੋ ਸੰਧਾਨ ਗੁਰੂ ਦੀ ਮੱਤ ਕਰਕੇ ਜਪਣਾ ਵੱਡੀਆਂ ਬਖਸ਼ਿਸ਼ਾਂ ਦਾ ਪਾਤਰ ਬਣ ਜਾਂਦਾ ਹੈ। ਗੁਰੂ ਧਾਰਨਾ ਜ਼ਰੂਰੀ ਹੈ। ਭਗਤ ਕਬੀਰ ਜੀ ਮਹਾਰਾਜ ਜੀ ਨੇ ਆਪ ਗੁਰੂ ਧਾਰਿਆ, ਗੁਰੂ ਵਾਲੇ ਬਣੇ ਗੁਰੂ ਰਾਮਾਨੰਦ ਜੀ, ਔਰ ਬਖਸ਼ਿਸ਼ਾਂ ਦੇ ਪਾਤਰ ਬਣੇ, ਖਰੀ ਨਾਲ ਇੱਕ ਰੂਪ ਹੋ ਗਏ। ਤੀਜੇ ਗੁਰੂ ਨਾਨਕ, ਗੁਰੂ ਅਮਰਦਾਸ ਮਹਾਰਾਜ, ਸਤਿਗੁਰਾਂ ਨੇ ਗੁਰੂ ਧਾਰਿਆ। ਗੁਰੂ ਅੰਗਦ ਦੇਵ ਮਹਾਰਾਜ ਜੀ ਤੇ ਕੁੜਮਾਂ ਦਾ ਸਾਕ ਸੀ। ਚੰਨ ਫੜ ਲਏ ਗੁਰਦੇਵ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸੇਵਾ ਟਹਿਲ ਕੀਤੀ, ਬਖਸ਼ੀਸ਼ਾਂ ਕੈਸੀਆਂ ਮਿਲੀਆਂ। ਤੀਜੇ ਗੁਰੂ ਨਾਨਕ ਬਣੇ। ਪਾਤਸ਼ਾਹ ਫਰਮਾਉਂਦੇ ਨੇ, ਰਾਮ ਨਾਮ ਜਪ ਦਿਨ ਸਰਾਤ, ਗੁਰਮੁਖ ਹਰਿ ਧਨ ਜਾਨ। ਗੁਰੂ ਦੁਆਰੇ ਰਾਮ ਨਾਮ ਦਿਨ ਰਾਤ ਜਪਦਾ ਹੈ, ਭਾਵ ਗੁਰੂ ਦੀ ਸੰਗਤ ਕਰਕੇ ਜਪ, ਗੁਰੂ ਤੋਂ ਉਪਦੇਸ਼ ਹੁੰਦਾ ਹੈ। ਪਰਮੇਸ਼ਰ ਦਾ ਨਾਮ ਪਰਲੋਕ ਦਾ ਧਨ ਹੈ, ਇਹ ਦੁਨਿਆਵੀ ਧਨ ਆਪਣੇ ਨਾਲ ਨਹੀਂ ਜਾਣਾ। ਸੱਚਾ ਧਨ ਨਾਮ ਦਾ ਹੈ, ਜੋ ਸਤਿਗੁਰੂ ਫਰਮਾਉਂਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ, ਇਹੋ ਧਨ ਅਖੁੱਟ ਨਾ ਨਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਇਹ ਅਖੁੱਟ ਧਨ ਹੈ ਨਾਮ ਦਾ, ਸੱਚਾ ਧਨ। ਇਹ ਦੁਨਿਆਵੀ ਧਨ, ਇਹਦਾ ਝੂਠਾ ਧਨ ਹੈ। ਇਹ ਸਦੀਵੀ ਮਨੁੱਖ ਕੋਲ ਬਣਿਆ ਵੀ ਨਹੀਂ ਰਹਿੰਦਾ। ਆਇਆ ਹੈ, ਇੱਕ ਦਿਨ ਜਾਵੇਗਾ। ਕਦੇ ਖੁਸ਼ੀ ਕਦੇ ਗਮੀ, ਰਾਜ ਤੋਂ ਰੰਕ, ਰੰਕ ਤੋਂ ਰਾਜਾ। ਕਿਉਂਕਿ ਦਿਨ ਹੈ ਫਿਰ ਰਾਤ ਵੀ ਹੈ, ਰਾਤ ਹੈ ਫਿਰ ਦਿਨ ਵੀ ਹੈ। ਦੁੱਖ ਹੈ ਸੁੱਖ ਹੈ, ਸੁੱਖ ਹੈ ਦੁੱਖ ਹੈ। ਧੰਨ ਧੰਨ ਬਾਬਾ ਈਸਰ ਸਿੰਘ ਮਹਾਰਾਜ ਜੀ ਨੇ ਬਚਨ ਕਰਨੇ, ਭਾਈ ਜੇ ਦੁੱਖ ਹੈ ਤਾਂ ਸੁੱਖ ਦੀ ਕਦਰ ਹੈ, ਜੇ ਸੁੱਖ ਹੈ ਤਾਂ ਦੁੱਖ ਦੀ ਕਦਰ ਹੈ। ਸੁੱਖ ਦੁੱਖ ਦੋਏ ਦਰ, ਕੱਪੜੇ ਪਹਿਰੇ ਜਾਏ, ਮਨੁੱਖੇ ਮਨੁੱਖ ਤੇ ਬਣੇ ਹੋਏ। ਇਹ ਨਿਹਚਾ ਜਾਂ ਕਿ ਰਾਮ ਨਾਮ ਹੀ ਪਰਲੋਕ ਦਾ ਸੱਚਾ ਧਨ, ਜੋ ਪੱਲੇ ਬੰਨ ਲੈ। ਸਭ ਸੁਖ ਹਰ ਰਸ ਭੋਗਣੇ, ਸੰਤ ਸਭਾ ਮਿਲ ਗਿਆਨ। ਸੰਪੂਰਨ ਸੁਖ ਪਰਮੇਸ਼ਰ ਹਰੀ ਦੇ ਰਸ ਦੇ ਭੋਗਣੇ ਦੇ ਅੰਤਰ ਹੀ ਆ ਜਾਂਦੇ ਨੇ। ਸੰਪੂਰਨ ਸੁੱਖ ਹਰੀ ਰਸ ਦੇ ਭੋਗਣੇ ਦੇ ਅੰਦਰ ਹੀ ਆ ਜਾਂਦੇ ਨੇ, ਕਿਉਂਕਿ ਪਰਮੇਸ਼ਰ ਦੇ ਨਾਮ ਦਾ ਰਸ ਹੀ ਐਸਾ ਹੈ। ਤੋ ਤਿਸ ਦਾ ਗਿਆਨ ਕਿੱਥੋਂ ਮਿਲੇਗਾ ਤੁਹਾਨੂੰ? ਸੰਤ ਸਭਾ ਮਿਲ ਗਿਆਨ, ਸੰਤਾਂ ਦੀ ਸਭਾ ਵਿੱਚ ਮਿਲ ਕੇ ਗਿਆਨ ਹੋਵੇਗਾ। ਨਿਤ ਅਹਨਿਸ ਹਰ ਪ੍ਰਭ ਸੇਵਿਓ, ਸਤਿਗੁਰ ਦੀਆ ਨਾਮ। ਜਿਨ੍ਹਾਂ ਨੂੰ ਸੰਤ ਸਭਾ ਦੇ ਵਿੱਚ ਸਤਿਗੁਰੂ ਨੇ ਨਾਮ ਬਖਸ਼ਿਆ, ਸੋ ਹਰੀ ਪ੍ਰਭੂ ਜੋ ਤ੍ਰੈ ਕਾਲ ਆਵਾਜ਼ ਸਰੂਪ ਹੈ ਮੇਰਾ ਵਾਹਿਗੁਰੂ, ਤਿਨਾਂ ਨੇ ਤਿਸ ਨੂੰ ਜਪਿਆ ਆਰਾਧਿਆ ਹੈ। ਕੂਕਰ ਕੂੜ ਕਮਾਈਐ, ਗੁਰ ਨਿੰਦਾ ਪਚੈ ਪਛਾਨ। ਜੋ ਮਨਮੁਖ ਰੂਪ ਕੁੱਤੇ ਨੇ, ਕੂਕਰ ਮਨਮੁਖਾਂ ਨੂੰ ਆਖਿਆ। ਸੋ ਕੂੜੇ ਕਰਮ, ਖੋਟੇ ਕਰਮ ਹੀ ਜਗਤ ਵਿੱਚ ਕਰਦੇ ਨੇ, ਮਾਮਦੇ ਨੇ ਖੋਟੇ ਕਰਮ। ਗੁਰੂ ਦੀ ਨਿੰਦਿਆ ਵਿੱਚ ਖਚਤ ਹੋ ਰਹੇ ਨੇ, ਪਚੇ ਸੜਦੇ ਨੇ। ਪਾਤਸ਼ਾਹ ਫਰਮਾਉਂਦੇ ਨੇ, ਔਰਾਂ ਨੂੰ ਵੀ ਗੁਰੂ ਨਿੰਦਿਆ ਵਿੱਚ ਲਾ ਲੈਂਦੇ ਨੇ, ਆਪ ਤਾਂ ਲੱਗਦੇ ਨੇ। ਗੁਰੂ ਦੀ ਨਿੰਦਿਆ ਜੋ ਕਰਦੇ ਨੇ, ਉਹ ਸੜਨਗੇ ਮਰਨਗੇ। ਪਚਾਵਣੇ ਦੇ ਘਰ ਨਰਕ ਵਿੱਚ ਪਾਵੇ, ਕਿ ਉਹ ਨਰਕ ਦੀ ਅਗਨੀ ਵਿੱਚ ਜਾਲੇ ਜਾਵੇ। ਕਿਉਂਕਿ ਨਿੰਦਕ ਦਾ ਭਲਾ ਨਹੀਂ। ਜੇ ਨਿੰਦਿਆ ਕਰਨ ਵਾਲੇ ਮਨੁੱਖ ਨੂੰ ਸਮਝਾਈਏ, ਉਹ ਸਮਝੇਗਾ ਵੀ ਨਹੀਂ। ਭਾਈ ਸਾਹਿਬ ਦੇ ਪਾਵਨ ਬਚਨ ਨੇ,
ਕੁੱਤਾ ਰਾਜ ਬਹਾਲੀਐ ਫਿਰ ਚੱਕੀ ਚੱਟੈ, ਸੱਪੈ ਦੁੱਧ ਪਿਆਲੀਐ ਵੇ ਮੁਖੋਂ ਸੱਟੈ। ਪੱਥਰ ਪਾਣੀ ਰੱਖੀਐ ਮਨ ਹਟ ਨਾ ਕੱਟੈ, ਚੋਆ ਚੰਦਨ ਪਰ ਹਰੈ ਖਰ ਖੇ ਪਲਟੈ। ਤੇ ਉਹ ਨਿੰਦਕ ਪਰ ਨਿੰਦਿਓ ਖੱਟ ਮੂਲ ਨਾ ਹਟੈ, ਆਪਣ ਹੱਥੀ ਆਪਣੀ ਜੜ ਆਪ। ਕੂਕਰ ਨੂੰ ਰਾਜ ਗੱਦੀ ਤੇ ਬਹਾਲ ਦੀਏ ਚੱਕੀ ਚੱਟੇਗਾ, ਸੱਪ ਨੂੰ ਦੁੱਧ ਪਿਆਲੀਏ ਫਿਰ ਵੀ ਜ਼ਹਿਰ ਉਗਲੇਗਾ। ਪੱਥਰ ਨੂੰ 100 ਸਾਲ ਜਲ ਵਿੱਚ ਰੱਖ ਦਈਏ, ਉਸਦਾ ਕਠੋਰਪੁਣਾ ਦੂਰ ਨਹੀਂ ਹੋਣਾ। ਖਰ ਗਧੇ ਨੂੰ ਕਹਿੰਦੇ ਚੰਦਨ ਦਾ ਲੇਪ ਗਧੇ ਤੇ ਕਰੀਏ, ਫਿਰ ਵੀ ਉਹ ਖੇ ਵਿੱਚ ਲੇਟੇਗਾ। ਨਿੰਦਕ ਪੁਰਸ਼ ਨੂੰ ਨਿੰਦਿਆ ਕਰਨ ਵਾਲੇ ਨੂੰ ਸਮਝਾਈਏ ਭਲਿਆ, ਨਿੰਦਿਆ ਨਾ ਕਰਿਆ ਕਰ, ਉਹ ਨਹੀਂ ਸਮਝੇਗਾ। ਨਿੰਦਕ ਆਪਣੀ ਜੜ ਨੂੰ ਆਪ ਪੁੱਟ ਲੈਂਦਾ। ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਬਚਨ ਕਰਨੇ, ਭਾਈ ਨਿੰਦਿਆ ਕਰਨ ਵਾਲੇ ਨੂੰ ਜ਼ਹਿਰ ਦੇਣ ਦੀ ਲੋੜ ਨਹੀਂ, ਉਹ ਜ਼ਹਿਰ ਹੀ ਚੱਖਦਾ। ਅਣਹੋਂਦਾ ਭਾਰ ਆਪਣੇ ਸੀਸ ਤੇ ਲੈ ਰਿਹਾ ਹੈ। ਨਿੰਦਕ ਕਦੇ ਤਰਦਾ ਨਹੀਂ। ਭਗਤ ਕਬੀਰ ਜੀ ਮਹਾਰਾਜ ਉਹ ਸ਼੍ਰੋਮਣੀ ਭਗਤ ਭਗਤਾਂ ਵਿੱਚ ਹੋਏ, ਬੜੀ ਨਿੰਦਿਆ ਹੋ ਰਹੀ ਸੀ ਭਗਤ ਜੀ ਦੀ। ਜਗਿਆਸੂ ਗੁਰਮੁਖ ਆਇਆ, ਤੇ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ, ਕੂਕਰ ਕੂੜ ਕਮਾਈ ਹੈ, ਗੁਰ ਨਿੰਦਾ ਪਚੈ ਪਛਾਣ। ਉਹ ਨਰਕ ਦੀ ਅਗਨੀ ਵਿੱਚ ਨਿੰਦਿਆ ਕਰਨ ਵਾਲੇ ਜਲਦੇ ਨੇ। ਨਿੰਦਾ ਤਾਂ ਕਿਸੇ ਦੀ ਕਰਨੀ ਵੀ ਉਚਿਤ ਭਲੀ ਨਹੀਂ, ਨਿੰਦਾ ਭਲੀ ਕਿਸੇ ਕੀ ਨਾਹੀ। ਮਨ ਮੁਖ ਮੁਗਧ ਕਰਨ ਮੋਹ ਕਾਲੇ ਤੇ ਨਿੰਦਕਾ ਨਰਕੇ ਘੋਰ ਪਵਨ। ਉਹਦੇ ਮੂੰਹ ਕਾਲੇ ਘੋਰ ਨਰਕ ਵਿੱਚ ਵਾਸਾ, ਪਰ ਸਾਧਕਾ ਨਿੰਦਕ ਕੈਸੇ ਤਰੈ, ਸਰ ਪਰ ਜਾਨੋ ਨਰਕ ਹੀ ਪਰੈ। ਸਾਧੂ ਦਾ ਗੁਰੂ ਦਾ ਨਿੰਦਕ ਤਾਂ ਤਰਦਾ ਹੀ ਨਹੀਂ। ਭਰਮੇ ਭੂਲਾ ਦੁੱਖ ਘਣੋ, ਜਮ ਮਾਰ ਕਰੈ ਖੁਲਗਾਨ। ਭਰਮ ਕਰਕੇ ਭੁੱਲਿਆ ਹੋਇਆ ਬਹੁਤ ਦੁੱਖ ਪਾਉਂਦਾ ਹੈ, ਕਿਉਂਕਿ ਭਰਮ ਹੈ ਸੰਸ਼ੇ ਵਿੱਚ ਹੈ। ਜਮ ਸ਼ੰਕ ਹੋ ਕੇ ਤੇ ਦੀ ਖਾਨੀ ਕਰਦਾ ਹੈ ਭਾਵ, ਜਮ ਮਾਰ ਕਰੈ ਖੁਲਗਾਨ। ਬੜੀਆਂ ਸਜ਼ਾਵਾਂ ਫਿਰ ਜਮ ਦਿੰਦਾ, ਕੋਈ ਰਿਆਤ ਨਹੀਂ ਕਰਦਾ। ਮਨ ਮੁਖ ਸੁਖ ਨਾ ਪਾਈਐ, ਗੁਰਮੁਖ ਸੁਖ ਸੋਭਾਨ। ਮਨ ਮੁਕਤਾ ਕਰਕੇ ਕਦੇ ਆਤਮ ਸੁਖ ਦੀ ਭਾਈ ਪ੍ਰਾਪਤੀ ਨਹੀਂ ਹੁੰਦੀ, ਆਤਮ ਸੁਖ ਨਹੀਂ ਮਿਲਦਾ। ਜੋ ਗੁਰਮੁਖ ਨੇ ਤੇ ਇਹਨਾਂ ਨੂੰ ਅਚਰਜ ਸੁਖ, ਜੋ ਸੂਝਵਤ ਪ੍ਰਕਾਸ਼ ਰੂਪ ਗਿਆਨ, ਕਿ ਆਤਮ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰਮੁਖਾਂ ਨੂੰ। ਐਥੈ ਧੰਦ ਪਟਾਈਐ, ਸੱਚ ਲਿਖਤ ਪਰਵਾਨ। ਮਨ ਮੁੱਖਾਂ ਨੂੰ ਇਸ ਲੋਕ ਵਿੱਚ ਤੋਂ ਧੰਦ ਜਗਤ ਵਿਵਹਾਰਾਂ ਵਿੱਚ ਖਪਾਇਆ ਜਾਂਦਾ ਹੈ ਮਨ ਮੁੱਖਾਂ ਨੂੰ, ਕਿਉਂਕਿ ਜੋ ਸੱਚੇ ਨੇ ਲੇਖ ਲਿਖ ਦਿੱਤਾ ਵਿਧਾਤਾ ਨੇ, ਆਪਾਂ ਲੇਖੇ ਦੇ ਵਿੱਚ ਵਿਚਰਦੇ ਹਾਂ। ਰੇ ਜਨ ਲੇਖੈ ਚਾਲੈ, ਲੇਖੈ ਵੈਸੈ, ਲੇਖੈ ਲੈਂਦਾ ਸਾਖਾ। ਸੋ ਅਮੇਟ ਹੈ ਜਾਤੇ ਸੋ ਪ੍ਰਵਾਨ ਹੋਇਆ, ਕਿਉਂਕਿ ਕਰਮਾਂ ਦੇ ਜ਼ਰੀਏ ਮਨੁੱਖ ਫਿਰ ਦੁੱਖ ਤੇ ਸੁੱਖ ਅਵਸ਼ ਆਪਣੇ ਕੀਤੇ ਕਰਮਾਂ ਦਾ ਪਾਉਂਦਾ ਹੈ। ਹਰ ਸੱਜਣ ਗੁਰ ਸੇਵਦਾ, ਗੁਰ ਕਰਨੀ ਪ੍ਰਧਾਨ। ਜੋ ਗੁਰਮੁਖ ਨੇ ਰੱਬ ਦੇ ਪਿਆਰੇ,
ਸੋ ਹਰੀ ਰੂਪ ਗੁਰੂ ਸੱਜਣ ਨੂੰ ਜਪਦੇ ਨੇ। ਹਰੀ ਦਾ ਸੱਜਣ ਜੋ ਗੁਰੂ ਹੈ ਤਿਸ ਨੂੰ ਸੇਵਦੇ ਨੇ। ਜਿਸ ਦੀ ਜੋ ਬੰਦਗੀ ਕਰਨੀ, ਸੱਚੇ ਦੀ ਯਾਦ ਚਿੰਤਨ ਵਿੱਚ ਜੁੜਨਾ, ਉਹ ਵੱਡੀ ਹੈ। ਸੋਈ ਕੁਝ ਸੰਤਾਂ ਵਿੱਚ ਮੁੱਖ ਪ੍ਰਧਾਨ ਮੰਨੇ ਗਏ। ਨਾਨਕ ਨਾਮ ਨਾ ਵੀਸਰੈ, ਕਰਮ ਸੱਚੇ ਨਿਸ਼ਾਨ। ਤੈਨੂੰ ਨਾਮ ਕਦੇ ਭਾਈ ਭੁੱਲਦਾ ਨਹੀਂ। ਜਿਸ ਦੇ ਸੱਚੇ ਵਾਹਿਗੁਰੂ ਦੀ ਕਿਰਪਾ ਦਾ ਨਿਸ਼ਾਨ, ਪ੍ਰੇਮ ਰੂਪੀ ਚਿੰਨ੍ਹ ਪੜਿਆ ਹੈ, ਉਹ ਕਦੇ ਵਾਹਿਗੁਰੂ ਨੂੰ ਵਿਸਾਰਦੇ ਹੀ ਨਹੀਂ। ਸੋ ਕੈਸਾ ਪ੍ਰੇਮ ਹੈ, ਪਾਤਸ਼ਾਹ ਫਰਮਾਉਂਦੇ ਨੇ, ਸ੍ਰੀ ਰਾਗ ਮਹੱਲਾ ਪਹਿਲਾ, ਇੱਕ ਤਿਲ ਪਿਆਰਾ ਵੀਸਰੈ, ਰੋਗ ਵੱਡਾ ਮਨ ਮਾਹੇ। ਰੱਬ ਦੇ ਪਿਆਰੇ ਗੁਰਮੁਖ ਸੰਤ ਜਨ ਭਗਤ ਫਕੀਰ, ਉਸਦੀ ਰਜਾ ਵਿੱਚ ਰਹਿਣ ਵਾਲੇ, ਨਾਮ ਜਪਣ ਵਾਲੇ, ਕੈਸਾ ਪ੍ਰੇਮ ਹੈ ਉਸ ਦਾਤੇ ਪ੍ਰਭੂ ਦੇ ਨਾਲ ਉਹਨਾਂ ਦਾ। ਪਾਤਸ਼ਾਹ ਫਰਮਾਉਂਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ, ਇੱਕ ਤਿਲ ਪਿਆਰਾ ਵੀਸਰੈ, ਰੋਗ ਵੱਡਾ ਮਨ ਮਾਹੇ। ਕਿਸੀ ਵਿਵਹਾਰ ਦੇ ਪ੍ਰਤੀਬੰਧ ਕਰਕੇ ਵੀ ਇੱਕ ਤਿਲ ਅਲਪਕਾਲ ਦਾ ਵਾਚਕ ਹੈ। ਇੱਕ ਸਵਾਸ ਵੀ ਮੇਰਾ ਵਾਹਿਗੁਰੂ ਵਿੱਚ ਸਿਮਰਨ ਹੋ ਜਾਵੇ ਤਾਂ ਮਨ ਵਿੱਚ ਵੱਡਾ ਰੋਗ ਸੋਗ ਹੋ ਜਾਂਦਾ ਕਿ ਜਪਿਆ ਨਹੀਂ ਗਿਆ। ਕੈਸਾ ਹੁੰਦਾ ਕਿ ਮੇਰਾ ਇੱਕ ਸਵਾਸ ਵਿਅਰਥ ਚਲਾ ਗਿਆ, ਆਖਾਂ ਜੀਵਾਂ ਵਿਸਰੈ ਮਰ ਜਾਓ। ਕਿਉਂਕਿ ਜਿਹੜੇ ਸਵਾਸਾਂ ਨਾਲ ਆਪਾਂ ਜਪਦੇ ਹਾਂ ਜੀਵਤ ਨੇ, ਸਫਲ ਨੇ। ਦੂਜੇ ਸਵਾਸ ਵਿਅਰਥ ਚਲੇ, ਉਹ ਕਿਸੇ ਵੀ ਅਰਥ ਨਹੀਂ ਲੱਗਦੇ। ਕਿਉਂ ਦਰਗਹਿ ਪਤ ਪਾਈਐ, ਜਾਂ ਹਰਿ ਨਾਮ ਵਸੈ ਮਨ ਮਾਹੇ। ਜਬ ਪਰਮੇਸ਼ਰ ਮੇਰਾ ਵਾਹਿਗੁਰੂ ਮਨ ਵਿੱਚ ਨਹੀਂ ਵਸਿਆ ਤਾਂ ਪਰਲੋਕ ਵਿੱਚ ਕਿਵੇਂ ਪਤ ਪ੍ਰਾਪਤ ਹੋਵੇਗੀ? ਨਹੀਂ। ਗੁਰ ਮਿਲਿਆ ਸੁਖ ਪਾਈਐ, ਅਗਨ ਮਰੈ ਗੁਣ ਮਾਹੇ। ਗੁਰੂ ਨੂੰ ਮਿਲਿਆ, ਦੈਵੀ ਸਮਤਾ ਦੇ ਗੁਣ ਹਿਰਦੇ ਵਿੱਚ ਧਾਰ, ਤ੍ਰਿਸ਼ਨਾ ਰੂਪੀ ਅਗਨੀ ਮਰ ਜਾਂਦੀ ਹੈ। ਗੁਰੂ ਦੇ ਮਿਲਿਆ ਸੁੱਖ ਘਰ ਵਿੱਚ ਆ ਜਾਂਦੇ ਨੇ। ਮਨ ਰੇ ਐਨਿਸ ਹਰਿ ਗੁਣ ਸੌਰ, ਜਿਨ ਖਿਨ ਪਲ ਨਾਮ ਨਾ ਵੀਸਰੈ, ਤੇ ਜਨ ਵਿਰਲੇ ਸੰਸਾਰੋ। ਕਿ ਮਨਾ ਦਿਨ ਤੇ ਰਾਤ ਉਸ ਪਰਮੇਸ਼ਰ ਪਰਵਦਗਾਰ ਦੇ ਗੁਣਾਂ ਦਾ ਸੰਭਾਲਣਾ ਕਰ, ਉਸ ਦੇ ਨਾਮ ਨੂੰ ਜਪ, ਸਿਫਤ ਕਰ ਉਸ ਦਾਤੇ ਦੀ। ਤੈਨੂੰ ਅਮੋਲਕ ਜਨਮ ਦੀ ਦਾਤ ਜਿਸ ਮਾਲਕ ਪਰਵਦਗਾਰ ਨੇ ਬਖਸ਼ੀ, ਉਸ ਦਾ ਸ਼ੁਕਰਾਨਾ ਕਰ। ਜਿਨ੍ਹਾਂ ਨੂੰ ਖਿੰਨ ਪਲ ਮਾਤਰ ਵੀ ਨਾਮ ਨਹੀਂ ਭੁੱਲਦਾ, ਉਹ ਪੁਰਸ਼ ਜਗਤ ਵਿੱਚ ਵਿਰਲੇ ਨੇ। ਜਿਨ ਖਿੰਨ ਪਲ ਨਾਮ ਨਾ ਵੀਸਰੈ, ਖਿੰਨ ਪਲ ਵੀ ਤੇ ਜਨ ਵਿਰਲੇ ਸੰਸਾਰ, ਜਗ ਮਹਿ ਉਤਮ ਕਾਢੀਐ ਵਿਰਲੇ ਕੇ। ਉਹ ਵਿਰਲੇ ਨੇ ਸੰਸਾਰ ਵਿੱਚ, ਹੈਣ ਵਿਰਲੇ ਨਾਹੀ ਘਣੇ, ਫੈਲ ਫੱਕੜ ਸੰਸਾਰ। ਉਹ ਘਣੇ ਨਹੀਂ, ਵਿਰਲੇ ਨੇ ਰੱਬ ਦੇ ਪਿਆਰੇ। ਜੋਤੀ ਜੋਤ ਮਿਲਾਈਐ, ਸੁਰਤੀ ਸੁਰਤ ਸੰਜੋਗ। ਸੁਰਤੀ ਜੋ ਬ੍ਰਹਮ ਦੀ ਅਭੇਦਤਾ ਦੀ ਪ੍ਰਤੀਪਾਦਕ ਵਾਕ ਹੈ। ਸੁਰਤੀ ਕਿ ਬ੍ਰਹਮ ਦੀ ਅਭੇਦਤਾ, ਉਹ ਨਾਮ ਗਿਆਨ ਦੀ ਸੁਰਤ ਜਿਸ ਵਿੱਚ ਹੋਵੇ ਸੋ ਭਇਆ ਸੁਰਤੀ। ਭਾਵ ਇੱਕ ਗਿਆਨ ਦੇ ਧਾਰਨਹਾਰ ਗਿਆਨਵਾਨ ਗੁਰੂ ਜਬ ਤਿਨਾਂ ਵਿੱਚ ਸੰਯੋਗ ਸੁਰਤ ਚਿੱਤ ਦੀ ਬਿਰਤੀ ਲਾਈਏ, ਤਬ ਜੀਵ ਈਸ਼ਵਰ ਦੀ ਅਭੇਦਤਾ ਦਾ ਬੋਧ ਹੋ ਕੇ ਜੋ ਵਾਹਿਗੁਰੂ ਜੋਤੀ ਹੈ, ਤੇ ਜੀਵ ਦੀ ਜੋਤ ਮਲਾਈ ਜਾਂਦੀ, ਇੱਕ ਹੋ ਜਾਂਦੇ ਨੇ। ਖੈਂਸਾ ਹੋ ਮੈਂ ਗਤ ਗਏ, ਨਾਹੀ ਸਹਿਸਾ ਸੋਗ। ਉਹ ਤਬ ਹਿੰਸਾ ਜੋ ਜੀਵ ਘਾਤ ਆਦਿਕ ਨੇ, ਇਹ ਹਿੰਸਾ ਹੈ ਜੋ ਮਨੁੱਖ ਜਗਤ ਵਿੱਚ ਜੀਵ ਘਾਤ ਕਰਦਾ ਹੈ।
ਔਰ ਹੰਤਾ ਦੀ ਅਭਿਮਾਨ, ਇਸਤਰੀ ਪੁੱਤਰ ਧਨ ਆਦਿਕਾਂ ਦਾ ਮਮਤਾ, ਇਹ ਮੇਰਾ ਪੁੱਤਰ, ਇਹ ਮੇਰਾ ਧਨ, ਸੋ ਇਹ ਸਭ ਹੀ ਨਸ਼ਟ ਹੋ ਜਾਂਦੇ ਨੇ। ਜਿਸ ਦਾ ਪ੍ਰਕਾਰ ਇਹ ਹੈ ਕਿ ਜਬ ਤੱਕ ਆਪਣੇ ਸੇ ਔਰ ਨੂੰ ਭਿੰਨ ਮੰਨਦਾ, ਤਬ ਤੱਕ ਆਪਣੇ ਸੁੱਖ ਤੇ ਦੁੱਖ ਸੇ ਸੁਖੀ ਤੇ ਦੁਖੀ ਹੁੰਦਾ ਹੈ। ਜਬ ਸਭ ਨੂੰ ਆਪਣਾ ਆਪ ਸਮਝਦਾ ਤਬ ਐਸੇ ਵਿਚਰਦਾ ਹੈ। ਪਾਤਸ਼ਾਹ ਫਰਮਾਉਂਦੇ ਨਹੀਂ ਕਿ ਜੈਸੇ ਅਪਮਾਨ ਸੇ ਮੈਂ ਦੁਖੀ ਹੁੰਦਾ ਹਾਂ, ਤੈਸੇ ਹੀ ਔਰ ਨੂੰ ਵੀ ਦੁੱਖ ਹੁੰਦਾ ਹੋਵੇਗਾ। ਜਿਵੇਂ ਦੁੱਖ ਮੈਨੂੰ ਹੋਇਆ ਹੋਰ ਨੂੰ ਵੀ ਹੋਵੇਗਾ। ਐਸੇ ਜਾਣ ਕੇ ਕਿਸੇ ਨੂੰ ਦੁੱਖ ਨਹੀਂ ਹੁੰਦਾ ਤੇ ਕਿਸੇ ਨੂੰ ਦੁੱਖ ਨਹੀਂ ਹੁੰਦਾ। ਉਹ ਸੁੱਖ ਦੁੱਖ ਕਿਸੇ ਨੂੰ ਦਿੰਦਾ ਕੀ ਨਹੀਂ। ਭਾਵ ਦੇਹ ਨੂੰ ਆਪਣੇ ਸੇ ਭਿੰਨ ਨਾਸਵੰਤ ਮਨ ਕਰਕੇ ਤਾਂ ਮੈਂ ਹੰਤਾ ਨਹੀਂ ਕਰਦਾ। ਇਸਤਰੀ ਪੁੱਤਰ ਆਦਿਕਾਂ ਨੂੰ ਵੀ ਅਗਮਾ ਪਾਈ ਸਮਝ ਕੇ ਤਿਨਾਂ ਵਿੱਚ ਮਮਤਾ ਨਹੀਂ ਕਰਦਾ ਕਿ ਤਾਂ ਸੰਬੰਧ ਮਿਲੇ ਨੇ ਸੰਜੋਗਾਂ ਨਾਲ, ਦੇਣੇ ਤੇ ਲੈਣੇ ਦੇ ਸੰਬੰਧ ਨਹੀਂ, ਕੋਈ ਮਮਤਾ ਨਹੀਂ। ਐਸੀ ਮੋਹ ਦੀ ਤੰਦ ਵਿੱਚ ਨਹੀਂ ਵੱਜਦਾ ਉਹ। ਐਸੇ ਮਹਾਤਮਾ ਪੁਰਸ਼, ਐਸੇ ਗੁਰਮੁਖ ਪੁਰਸ਼ ਨੂੰ ਕੋਈ ਸੰਸਾ ਤੇ ਨਾ ਕੋਈ ਸੋਗ ਹੁੰਦਾ ਹੈ। ਗੁਰਮੁਖ ਜਿਸ ਘਰ ਮਾਨੋ ਵਸੈ, ਤਿਸ ਮਿਲੇ ਗੁਰ ਸੰਜੋਗ। हे ਭਾਈ, ਗੁਰੂ ਦੁਆਰੇ ਜਿਸ ਦੇ ਮਨ ਵਿੱਚ ਮੇਰਾ ਵਾਹਿਗੁਰੂ ਵਸਦਾ ਹੈ, ਤਿਸ ਦੇ ਸੰਯੋਗ ਕਰਕੇ ਸਭ ਸੇ ਵੱਡਾ ਪਰਮਾਤਮਾ ਆਪਣੇ ਸਾਥ ਮਿਲਾ ਲੈਂਦਾ ਹੈ। ਬਖਸ਼ਿਸ਼ਾਂ ਹੁੰਦੀਆਂ ਨੇ। ਕਾਇਆ ਕਾਮਣ ਜੇ ਕਰੀ ਭੋਗੇ ਭੋਗਣਹਾਰ। ਜੇਕਰ ਬੁੱਧੀ ਰੂਪ ਇਸਤਰੀ ਨੂੰ ਨਿਸ਼ਕਾਮਤਾ ਕਰਕੇ ਸ਼ੁੱਧ ਕਰ ਲਈਏ, ਕਿਉਂਕਿ ਸੇਵਾ ਵਿੱਚ ਕਾਮਨਾ ਨਾ ਹੋਵੇ। ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਨਿਸ਼ਕਾਮਤਾ ਕੋਈ ਕਾਮਨਾ ਨਾ ਹੋਵੇ, ਸ਼ੁੱਧ ਕਰੀਏ ਇਸ ਬੁੱਧੀ ਨੂੰ, ਤਬ ਸਰਬ ਨੂੰ ਭੋਗਣ ਖਾਸ ਜੋ ਵਾਹਿਗੁਰੂ ਦੇ ਆਨੰਦ ਨੂੰ ਉਹ ਭੋਗਦੀ ਹੈ ਬੁੱਧੀ ਰੂਪ ਇਸਤਰੀ। ਤੈਸ ਸਿਉ ਨਿਉ ਨਾ ਕੀਜਈ, ਜੋ ਦੀਸੈ ਚੱਲਣ ਹਾਰ। ਤਿਨਾਂ ਨੂੰ ਸਰ ਪ੍ਰਪੰਚ ਚੱਲਣ ਖਾਸ ਦ੍ਰਿਸ਼ਟੀ ਆਉਂਦਾ ਹੈ। ਦ੍ਰਿਸ਼ਟਮਾਨ ਹੈ ਸਗਲ ਮਥੇਨਾ ਕੀ ਸਦਾ ਨਾਸ ਹੋ ਜਾਵੇਗਾ। ਇਹ ਜਗਤ ਸਦੀਵੀ ਰਹਿਣ ਵਾਲਾ ਨਹੀਂ। ਤੇ ਇਸਦੇ ਸਾਥ ਫਿਰ ਮੋਹ ਨਹੀਂ ਕਰਦੇ ਰੱਬ ਦੇ ਪਿਆਰੇ। ਸੰਸਾਰ ਸੇ ਤੋਂ ਮੋਹ ਛੱਡ ਦਿੱਤਾ, ਪਰੰਤੂ ਮਨ ਦਾ ਸੁਭਾਅ ਪ੍ਰੇਮ ਕਰਨ ਦਾ ਹੈ। ਸੰਸਾਰ ਤੋਂ ਤਾਂ ਮੋਹ ਛੱਡ ਦਿੱਤਾ, ਪਰ ਮਨ ਦਾ ਸੁਭਾਅ ਵੀ ਹੈ ਪ੍ਰੇਮ ਕਰਨ ਦਾ। ਸੋ ਪ੍ਰੇਮ ਕਿੱਥੇ ਕਰਦੇ ਨੇ? ਫਿਰ ਪਾਤਸ਼ਾਹ ਅੱਗੇ ਸਵਾਲ ਕੀਤਾ। ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਬਚਨ ਕਹਿੰਦੇ ਨੇ, ਗੁਰਮੁਖ ਰਵੈ ਸੁਹਾਗਣੀ, ਸੋ ਪ੍ਰਭ ਸੇਜ ਪਤਾਰ। ਕਿਉਂਕਿ ਮਨ ਦਾ ਸੁਭਾਵ ਹੈ ਪ੍ਰੇਮ ਕਰਨਾ। ਪਾਤਸ਼ਾਹ ਫਰਮਾਉਂਦੇ ਨਹੀਂ ਵੀ ਪ੍ਰੇਮ ਕਿੱਥੇ ਕਰਦੇ ਨੇ? ਜੋ ਗੁਰਮੁਖ ਗਿਆਨਵਾਨ ਰੂਪ ਸੁਹਾਗਣੀਆਂ ਪ੍ਰਭੂ ਭਗਤਾਂ ਨੂੰ ਅੰਤਹਿਕਰਨ ਵਿੱਚ ਸਾਖੀ ਰੂਪ ਜਾਣ ਕੇ ਰਾਮਦੀਆਂ ਨੇ, ਭੋਗਦੀਆਂ ਨੇ, ਭਾਵ ਕਿ ਇਸ ਦੇ ਆਨੰਦ ਵਿੱਚੋਂ ਮਗਨ ਰਹਿੰਦੀਆਂ ਨੇ। ਚਾਰੇ ਅਗਨ ਨਿਵਾਰ ਮਰ, ਗੁਰਮੁਖ ਹਰ ਜਲ ਪਾਏ। ਤਿੰਨ ਗੁਰਮੁਖਾਂ ਨੇ ਪਰਮੇਸ਼ਰ ਦੇ ਨਾਮ ਰੂਪੀ ਜਲ ਨੂੰ ਪਾ ਕੇ ਚਾਰੀ ਅਗਨੀਆਂ, ਇਹ ਕਿਹੜੀਆਂ ਨੇ ਚਾਰ ਅਗਨੀਆਂ? ਖਿੰਸਾ, ਮੋਹ, ਲੋਭ, ਕੋਪ। ਇਹ ਚਾਰ ਅਗਨੀਆਂ ਨੇ, ਸਭ ਬੁਝਾਵਣੀਆਂ ਕੀਤੀਆਂ। ਜੀ ਭਾਵ ਵੀ ਤਿੰਨਾਂ ਦਾ ਮਰ ਗਿਆ। ਅੰਤਰ ਕਮਲ ਪਰ ਗਾਸਿਆ, ਅੰਮ੍ਰਿਤ ਭਰਿਆ ਗਾਏ। ਤਿੰਨਾਂ ਦਾ ਅੰਤਰ ਹਿਰਦਾ ਕਮਲ ਆਤਮ ਪ੍ਰਕਾਸ਼ ਕਰਕੇ ਪ੍ਰਕਾਸ਼ਵਾਨ ਹੋਇਆ। ਆਤਮ ਆਨੰਦ ਰੂਪ ਜੋ ਅੰਮ੍ਰਿਤ ਹੈ ਕਿ ਭਰੇ ਰਿਹਾ, ਕਿਸੇ ਵਿੱਚ ਤ੍ਰਿਪਤ ਨਹੀਂ। ਨਾਨਕ ਸਤਿਗੁਰ ਮੀਤ ਕਰ, ਸੱਚ ਪਾਵੇਂ ਦਰਗਹਿ ਜਾਏ। ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ, ਐਸੇ ਸਤਿਗੁਰੂ ਦੇ ਸਾਥ ਤੂੰ ਮਿੱਤਰਤਾ ਕਰ, ਐਸੇ ਮਾਲਕ ਨੂੰ ਸੱਜਣ ਬਣਾ, ਫਿਰ ਕੋਈ ਕਮੀ ਨਹੀਂ ਰਵੇਗੀ। ਜਾ ਕਾ ਮੀਤ ਸਾਜਨ ਹੈ ਸਮੀਆ, ਤਿਸ ਜਨ ਕੋ ਕਹੋ ਕਾਕੀ ਕਮੀਆਂ। ਫਿਰ ਕਾਹਦੀ ਕਮੀ ਹੈ? ਇਹ ਸੱਜਣ ਉਸ ਮਾਲਕ ਸਮਰੱਥ ਬ੍ਰਹਮ ਸਰੋਤਰੀ ਬ੍ਰਹਮ ਦੇਟੀ ਗੁਰੂ ਨੂੰ ਬਣਾ ਲਿਆ। ਨਾਨਕ ਸਤਿਗੁਰ ਮੀਤ ਕਰ, ਸੱਚ ਪਾਵਹੀਂ ਦਰਗਹਿ ਜਾਏ। ਤਿਸ ਵਾਹਿਗੁਰੂ ਦੀ ਸੱਚੀ ਦਰਗਾਹ ਵਿੱਚ
ਸੁਖ ਨੂੰ ਪਾਵੇਂਗਾ, ਬਖਸ਼ੀਸ਼ਾਂ ਦਾ ਪਾਤਰ ਬਣ ਜਾਵੇਂਗਾ। ਸ੍ਰੀ ਰਾਗ ਮਹਲਾ ਪਹਿਲਾ, ਖਾਦ ਖਾਦ ਜਪੋ ਪਿਆਰਿਆ, ਗੁਰਮਤਿ ਲੈ ਹਰ ਬੋਲ। ਪਾਤਸ਼ਾਹ ਗੁਰਦੇਵ, ਜਗਤ ਗੁਰੂ ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ गुरुदेव पातशाह जी, केवल गुरु से मित्रता ही करने से सुख मिलता या कुछ होर भी साधन ने? ये सवाल किया गुरुदेव पातशाह के कि सतगुरु ये दसो, केवल गुरु नाल मित्रता करन करके ही सुख मिलेगा या कोई होर भी साधन है? पातशाह फरमाउंदे ने, खाद खाद जप हो प्यारिया, गुरमत ले खर बोल। हे भाई प्यारे, गुरु दे तो उपदेश लैके, गुरु तो मत लैके, गुरमत ले खाद बोल, गुरु दी मत लैके। गुरु तो उपदेश लैके परमेश्वर दे नाम नूं जपना करो। नाम जपो गुर शब्दी गुरमतिए बन। मन सच कसवटी लाइए, तोलिए पूरै तोल। मन सच कसवटी लाइए, तोलिए पूरै तोल। मन नूं सच्ची जप तप आदक एक कसवटी ते लाउणा है साधना ते। शुद्ध अशुद्ध देखिए मन नूं कि शुद्ध होया जां शुद्ध है, जिवें 12 बन्नी दा सोना शुद्ध करीदा है। तब पूरे ब्रह्म दे तोल नूं तोलीदा है। भावे कि तब ऐसे ज्ञान होवेगा कि जैसे ब्रह्म सत चित आनंद रूप है, तैसे ही जीव का स्वरूप है। जीव विच और ब्रह्म विच कुछ भेद नहीं, एक नहीं। कीमत किनै ना पाई, रिद माणक मोल अमोल। पातशाह फरमाउंदे ने, जैसे ब्रह्म बेकीमत, उसकी कीमत नहीं, तब यह जीव आत्मा रतन भी मोल से अमोल कहती भी कोई कीमत नहीं। भाई रे खाद हीरा गुर माहे, सत संगत सतगुर पाइया, एहनत शब्द सलाए। हे भाई, खरी रूप हीरा गुरु हिरदे दे विच ही दिखा दिंदे ने। समर्थ गुरु इस हिरदे घर विचों ही दिखा दिंदे। तू खरी रूप हीरे नूं तब पाईदा है जब सतगुरु की सत संगत करिए, क्योंकि संगत तो बिना ही बख्शीशा नहीं मिलदियां। बिच संगत खाद प्रभ वसै जियो, पर संगत भी सबना नूं प्राप्त नहीं होंदी। पातशाह दे पावन बचन ने, कहो नानक तिस भयो प्राप्त, जिस पुरब लिखे का लहना। ये प्राप्त उन्हां नूं होवेगी हरि दी कीर्ति संगत, जो पूरब लिखे दा लहना लिखिया। क्योंकि आपां लैना ही लै रहे हैं। दिता लईए अपना, अण दिता किश हथ ना आवे। उन्हां नूं संगत मिलदी है। जब सतगुरु की सत संगत करिए, तब गुरु उपदेश से वाहिगुरु की रात दिन उस्तति करिए, गुण गाइए। सत संगत सतगुर पाईए, अहनस शब्द सलाह। सच वखर धन रास लै पाइए, गुर परगास। सच सौदा धनता जो जिसके खरीदने से धन धन होवे। ये सच्चा सौदा नाम दा है। ये पातशाह फरमाउंदे ने, सच्चे मार्ग चलदियां उस्तत करी जहान, जगत विच वडियाई शोभा। सो ऐसा सौदा गुरु दे पास ते शरधा रूपी पूंजी दे के लवो। क्योंकि गुरु नूं कोई धन पदार्थ, वो तां शरधा दी पूंजी चाहिदी है। गोविंद भाओ भगत दा पक्का।
ਉਹ ਦਾਨ ਪੁੰਨ ਸੇਵਾ ਟਹਿ ਇਹ ਵੀ ਕਰਨੀ ਹੈ। ਪਰ ਸਤਿਗੁਰੂ ਪਾਤਸ਼ਾਹ ਪਾਵਨ ਬਚਨ ਕਹਿੰਦੇ ਨੇ ਕਿ ਸ਼ਰਧਾ ਰੂਪੀ ਪੂੰਜੀ ਹੋਵੇ ਤੇਰੇ ਪਾਸ, ਸੱਚ ਵਖਰ ਧਨ ਰਾਸ ਲੈ ਪਾਈਐ ਗੁਰ ਪ੍ਰਗਾਸ। ਜੇ ਕਹੇ ਤੇ ਇਸ ਕਰਕੇ ਲਾਭ ਕੀ ਹੋਵੇਗਾ? ਪਾਤਸ਼ਾਹ ਫਰਮਾਉਂਦੇ ਨੇ ਪਾਈਐ ਗੁਰ ਪ੍ਰਗਾਸ, ਵੱਡਾ ਪ੍ਰਕਾਸ਼ ਰੂਪ ਆਤਮ ਗਿਆਨ ਤੈਨੂੰ ਮਿਲ ਜਾਵੇ। ਪਾਤਸ਼ਾਹ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਤਿਸ ਆਤਮ ਲਾਭ ਕਰਕੇ ਫਿਰ ਕਿਆ ਲਾਭ ਹੁੰਦਾ ਹੈ? ਪਾਤਸ਼ਾਹ ਫਰਮਾਉਂਦੇ ਨੇ ਜਿਉ ਅਗਨ ਮਰੈ ਜਲ ਪਾਈਐ, ਤਿਉ ਤ੍ਰਿਸ਼ਨਾ ਦਾਸਨ ਦਾਸ। ਜੈਸੇ ਜਲ ਪਾਉਣੇ ਸੇ ਅਗਨੀ ਸ਼ਾਂਤ ਹੋ ਜਾਂਦੀ ਹੈ, ਬੜੀ ਅਗਨੀ ਪ੍ਰਜਵਲਿਤ ਹੋਵੇ ਜਲ ਪਾਈਏ ਸ਼ਾਂਤ ਹੋ ਜਾਵੇ, ਤੈਸੇ ਆਤਮ ਪ੍ਰਕਾਸ਼ ਹੋਣੇ ਸੇ ਤ੍ਰਿਸ਼ਨਾ ਰੂਪ ਅਗਨੀ ਵੀ ਸ਼ਾਂਤ ਹੋ ਜਾਂਦੀ। ਜਗਤ ਦੀਆਂ ਆਸ਼ਨਾਵਾਂ ਵਾਸ਼ਨਾਵਾਂ ਦਾ ਅਭਾਵ ਹੋ ਜਾਂਦਾ। ਆਤਮ ਵਿੱਤ ਮਹਾਤਮਾ ਦੇ ਦਾਸਾਂ ਦਾ ਦਾਸ ਹੋ ਕੇ ਰਹੋ, ਕਿਉਂਕਿ ਜਬ ਜਗਿਆਸੂ ਸ਼ਰਧਾ ਪੂਰਵਕ ਤਿਨਾਂ ਦੀ ਸੇਵਾ ਕਰੇ ਤਬ ਸੋ ਪ੍ਰਸੰਨ ਹੋ ਕੇ ਨੂੰ ਗਿਆਨ ਦਾ ਉਪਦੇਸ਼ ਦਿੰਦੇ ਨੇ। ਵੈਸੇ ਗੀਤਾ ਵਿੱਚ ਵੀ ਲਿਖਿਆ ਹੈ ਜਮ ਜਨਾਰ ਨਾ ਲਾਗਈ ਇਉ ਭੋਜਲ ਤਰੇ ਤਰਾਸ। ਭਾਈ ਸੰਸਾਰ ਸਮੁੰਦਰ ਵਿੱਚ ਜਿਸ ਵਿੱਚ ਜਨਮ ਆਦਿਕਾਂ ਦਾ ਭਉ ਰੂਪ ਜਲ, ਜਿਨ੍ਹਾਂ ਨੂੰ ਤਰਨੇ ਦੀ ਆਸਾ ਹੈ, ਸੋ ਇਸ ਪ੍ਰਕਾਰ ਤਰੇ ਨੇ ਜੋ ਆਪ ਤਰ ਗਏ ਉਹਨਾਂ ਨੂੰ ਵੀ ਤਾਰਨ ਨੂੰ ਸਮਰੱਥ ਹੋ ਗਏ। ਪੈਸੇ ਤਰੇ ਨੇ ਜਲਾਦ ਜੋ ਜਿੰਦ ਦਾ ਸ਼ਤਰੂ ਹੈ, ਸੋ ਤਿਨਾਂ ਨੂੰ ਨਹੀਂ ਲੱਗਦਾ, ਤਿਨਾਂ ਨੂੰ ਜਮ ਦਾ ਭੈ ਨਹੀਂ ਲੱਗਦਾ, ਜਮ ਦਾ ਡੰਡਾ ਉਹਨਾਂ ਨੂੰ ਨਹੀਂ ਲੱਗਦਾ। ਗੁਰਮੁਖ ਕੂੜ ਨਾ ਪਾਵਈ ਸਚ ਰਤੇ ਸਚ ਪਾਏ। ਗੁਰਮੁਖ ਜੋ ਗਿਆਨਵਾਨ ਨੇ ਤਿਨਾਂ ਨੂੰ ਝੂਠ ਬੋਲਣਾ ਪਾਉਂਦਾ ਕਿ ਸਕਾਮ ਕਰਮ ਕਰੋ ਇਸੇ ਸਵਰਗ ਆਦਿ ਅਖੇ ਸੁਖ ਦੀ ਪ੍ਰਾਪਤੀ ਹੋਵੇਗੀ। ਜੈਥੇ ਐਸੇ ਝੂਠੇ ਪਦਾਰਥਾਂ ਨਿਮਿਤ ਜੋ ਬਚਨ ਨੇ, ਸੋ ਝੂਠ ਤਿਨਾਂ ਨੂੰ ਨਹੀਂ ਪਾਉਂਦਾ, ਕਿਉਂਕਿ ਉਹ ਸੱਚੇ ਵਾਹਿਗੁਰੂ ਵਿੱਚ ਰਤੇ ਨੇ। ਸੱਚ ਹੀ ਬੋਲਣਾ ਤਿਨਾਂ ਨੂੰ ਭਾਵਦਾ ਹੈ। ਸੋ ਕੈਸੇ ਜਗਿਆਸੂ ਜਨਾਂ ਨੂੰ ਯਥਾਰਥ ਉਪਦੇਸ਼ ਦਿੰਦੇ ਨੇ ਤਤ ਰੰਜਨ ਜੋਤ ਸਵਾਈ ਸੋਹੰ ਭੇਦ ਨਾ ਕੋਈ। ਐਸੇ ਬੋਲਣਾ ਤਿਨਾਂ ਨੂੰ ਭਾਵਦਾ ਹੈ। ਸਾਕਤ ਸਚ ਨਾ ਭਾਵਈ ਕੂੜੈ ਕੂੜੀ ਪਾਏ। ਜੋ ਮਨਮੁਖ ਸਾਕਤ ਨੇ ਤਿਨਾਂ ਨੂੰ ਸੂਪ ਦੀ ਭੇਦਤਾ ਦਾ ਬੋਧਕ ਸੱਚਾ ਉਪਦੇਸ਼ ਚੰਗਾ ਨਹੀਂ ਲੱਗਦਾ, ਉਹ ਸੁਣ ਵੀ ਨਹੀਂ ਸਕਦੇ। ਜੋ ਸਾਕਤ ਮਨਮੁਖ ਜੋ ਝੂਠ ਵਾਲੇ ਨੇ, ਝੂਠ ਦਾ ਸਹਾਰਾ ਲੈਂਦੇ ਨੇ, ਦਿਨ ਰਾਤ ਝੂਠ ਬੋਲਦੇ ਨੇ, ਇਹਨਾਂ ਦੀ ਪੱਤ ਵੀ ਝੂਠੀ, ਭਾਵੇਂ ਕਿਸੇ ਪੁੰਨ ਦੇ ਪ੍ਰਭਾਵ ਸੇ ਸਵਰਗ ਵਿੱਚ ਚਲੇ ਵੀ ਜਾਂਦੇ ਨੇ, ਤੇ ਇਸਦੀ ਵਿਵਖਾਰਕ ਪੱਤ ਬਣ ਗਈ। ਜਬ ਪੁੰਨ ਭੋਗ ਚੁੱਕੇ ਤਬ ਉੱਥੋਂ ਸੁੱਟਿਆ ਜਾਂਦਾ ਹੈ, ਬਾਹਰ ਕੱਢਿਆ ਜਾਂਦਾ, ਉਹ ਪੱਤ ਵੀ ਨਸ਼ਟ ਹੋ ਜਾਂਦੀ ਹੈ, ਉਹ ਸਦਾ ਨਹੀਂ ਰਹਿੰਦੀ। ਸੋ ਪੱਤ ਝੂਠੀ ਹੀ ਹੈ, ਸੱਚੀ ਪੱਤ ਗਿਆਨਵਾਨਾਂ ਦੀ ਹੈ, ਜੋ ਸਦਾ ਇੱਕ ਰਸ ਹੀ ਰਹਿੰਦੀ ਹੈ। ਸੱਚ ਰਤੇ ਗੁਰ ਮਿਲਿਆ ਸੱਚੇ ਸੱਚ ਸਮਾਏ। ਜੋ ਗੁਰੂ ਦੇ ਸਾਥ ਮਿਲ ਕੇ ਸੱਚ ਪਰਮੇਸ਼ਰ ਵਿੱਚ ਰਤੇ ਨੇ ਭਾਈ, ਸੋ ਸੱਚੇ ਪੁਰਸ਼ ਪਰਮੇਸ਼ਰ ਵਿੱਚ ਮਿਲ ਗਏ, ਇੱਕ ਹੋ ਗਏ। ਸਤਿਗੁਰੂ ਅੱਗੇ ਬੇਨਤੀ ਕੀਤੀ ਪਾਤਸ਼ਾਹ ਗਰੀਬ ਨਿਵਾਜ ਜਿਸ ਮਨ ਨਿਆਦਿਕ ਸਾਧਨਾ ਸੇ ਗਿਆਨਵਾਨ ਸਰੂਪ ਦੇ ਵਿੱਚ ਮਿਲ ਗਏ, ਉਹ ਸਾਧਨ ਕਿੱਥੋਂ ਮਿਲਦੇ ਨੇ, ਕਿੱਥੋਂ ਪ੍ਰਾਪਤ ਹੁੰਦੇ ਨੇ? ਪਾਤਸ਼ਾਹ ਫਰਮਾਉਂਦੇ ਨੇ ਮਨ ਮਹਿ ਮਾਣਕ ਲਾਲ ਨਾਮ ਰਤਨ ਪਦਾਰਥ ਹੀਰ। ਇਹ ਭਾਈ ਮਨ ਦੇ ਅੰਦਰ ਮਨਨ ਰੂਪੀ ਮਾਣਕ ਹੈ, ਜੋ ਸੁਣ ਕੇ ਮੰਨ ਲੈਣਾ। ਪ੍ਰੇਮ ਰੂਪੀ ਲਾਲ ਹੈ, ਮਨ ਦੇ ਅੰਦਰ ਹੈ। ਵਿਰਾਗ ਰੂਪੀ ਰਤਨ ਹੈ, ਉਹ ਗਿਆਨ ਹੀਰਾ ਹੈ। ਮਨ में से ही प्राप्त ਹੁੰਦਾ ਹੈ। ਮਨ में जो नाम यही मानक लाल हीरा अधिक रतन रूप पदार्थ। ਸਾਰੇ ਗੁਣ ਪਰਮੇਸ਼ਰ ਦੇ ਨਾਮ ਦੇ ਵਿੱਚ ਨੇ। ਪਾਤਸ਼ਾਹ ਫਰਮਾਉਂਦੇ ਸੱਚ ਵਖਰ ਧਨ ਨਾਮ ਹੈ ਘਟ ਘਟ ਗਹਿਰ ਗੰਭੀਰ। ਸੋਈ ਨਾਮ ਰੂਪੀ ਸੱਚਾ ਵਖਰ ਸੌਦਾ ਹੈ। ਨਾਮ ਦਾ ਉਪਮਾ ਜੋਗ ਧਨ ਸਰਬ ਵਖਰਾਂ ਦਾ ਧਨ ਸਾਰ ਰੂਪ ਨਾਮ ਹੈ। ਸੋ ਨਾਮ ਕਿਸ ਦਾ ਹੈ? ਜੋ ਘਟ ਘਟ ਵਿੱਚ ਯਥਾ ਨੇਚਲ ਮੇਰਾ ਵਾਹਿਗੁਰੂ ਪਰਮੇਸ਼ਰ ਹੈ। ਨਾਨਕ ਗੁਰਮੁਖ ਪਾਈਐ
ਦਇਆ ਕਰੇ ਹਰ ਹੀਰ। ਪਾਤਸ਼ਾਹ ਫਰਮਾਉਂਦੇ ਨੇ ਨਾਨਕ ਗੁਰਮੁਖ ਪਾਈ ਹੈ, ਦਇਆ ਕਰੇ ਹਰ ਹੀਰ। ਸੋ ਨਾਮ ਗੁਰੂ ਦੁਆਰਾ ਭਾਈ ਮਿਲਦਾ ਹੈ। ਗੁਰੂ ਤਬ ਪ੍ਰਾਪਤ ਹੁੰਦੇ ਨੇ ਜਬ ਵਾਹਿਗੁਰੂ ਹਰੀ ਹੀਰਾ ਰੂਪ ਆਪਣੀ ਦਇਆ ਕਰੇ, ਕਿਰਪਾ ਕਰੇ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਗੁਰੂ ਵਾਲੇ ਬਣੀਏ, ਸਤਿਗੁਰੂ ਦੇ ਉਪਦੇਸ਼ ਤੇ ਚੱਲੀਏ, ਗੁਰ ਸ਼ਬਦੀ ਗੁਰਮਤੀਏ ਬਣੀਏ। ਨਾਮ ਨੂੰ ਜਪੀਏ, ਸੰਗ ਕਰੀਏ ਸਤਪੁਰਸ਼ਾਂ ਦਾ, ਆਪਣਾ ਅਮੋਲਕ ਜਨਮ ਸਫਲ ਹੋ ਜਾਵੇਗਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬ